ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਉਪਈ ਪਰਾ ਭਗਤ ਮਹਿ ਭਗਤ ਦਸ਼ਾਸੀ। ਤਸ ਬਿਦ ਕੀਨੀ ਸ੍ਰੀ ਮੁਖ ਸ੍ਰੀ ਸੁਖ ਰਾਸੀ। ਰੈਨ ਦਿਵਸ ਪਰ ਰਹਿ ਨਿਕੇਤਾ। ਵਿਚਰ ਨ ਬੋਲੇ ਕਬਹਿ ਸੋ ਚੇਤਾ। ਪਰਾ ਭਗਤ ਮਹਿ ਭਗਤ ਦਸ਼ਾਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਚਬਰ ਛਤਰ ਤਖਤ ਦੇ ਮਾਲਕ ਜਗ ਦੀ ਜੋਤ ਗੁਰਤਾ ਗੱਦੀ ਵਿਰਾਜਮਾਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਇਆ ਸਦਕਾ ਸਤਸੰਗਤ ਦੀਆਂ ਪਵਿੱਤਰ ਘੜੀਆਂ ਆਪਾਂ ਨੂੰ ਪ੍ਰਾਪਤ ਹੋਈਆਂ ਹਨ। ਮਹਾਰਾਜ ਜੀ ਦਾ ਪਵਿੱਤਰ ਜੀਵਨ ਇਤਿਹਾਸ ਆਓ ਮਨ ਇਕਾਗਰ ਕਰਕੇ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਜੀ ਨੇ ਆਪਣਾ ਸੁਭਾਅ ਸਤਿਗੁਰਾਂ ਜੀ ਨੇ ਇਹੋ ਜਿਹਾ ਕਰ ਲਿਆ ਕਿ ਕੋਈ ਸ਼ਕਤੀ ਨੂੰ ਜਾਣ ਨਾ ਸਕੇ। ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੂਪ ਨੂੰ ਛੁਪਾਇਆ ਹੋਇਆ ਏ। ਰਾਏ ਬੁਲਾਰ ਜੀ ਨੇ ਅਸਚਰਜੀ ਕੌਤਕ ਤੱਕਿਆ। ਸੱਚੇ ਪਾਤਸ਼ਾਹ ਜਿਸ ਬ੍ਰਿਕਸ਼ ਥੱਲੇ ਆਰਾਮ ਕਰ ਰਹੇ ਸੀ ਉਸ ਰੁੱਖ ਦੀ ਛਾਂ ਜਿਹੜੀ ਸੀ ਉਹ ਸਥਿਰ ਹੋ ਗਈ। ਸੂਰਜ ਦੇ ਢਲਣੇ ਕਰਕੇ ਬਾਕੀ ਰੁੱਖਾਂ ਦੀ ਛਾਂ ਢਲ ਗਈ, ਪਰ ਜਿਸ ਰੁੱਖ ਥੱਲੇ ਮਹਾਰਾਜ ਜੀ ਬਿਰਾਜੇ ਹੋਏ ਸਨ ਉਸ ਰੁੱਖ ਦੀ ਛਾਂ ਇੱਕ ਥਾਂ ਹੀ ਜਿਹੜੀ ਸੀ ਟਿਕੀ ਰਹੀ। ਵੇਖ ਕੇ ਰਾਏ ਬੁਲਾਰ ਜੀ ਬਹੁਤ ਸ਼ਰਧਾ ਨਾਲ ਦੂਰੋਂ ਸ਼੍ਰੀ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਆਪਣੇ ਮਨ ਵਿੱਚ ਜਾਣਿਆ ਮੇਰੀ ਨਗਰੀ ਇਹਨਾਂ ਦੇ ਆਉਣ ਕਰਕੇ ਪਵਿੱਤਰ ਹੋਈ ਹੈ। ਹੇ ਮਨਾ ਇਹਨਾਂ ਦੀ ਸੇਵਾ ਕਰਕੇ ਆਪਣਾ ਜੰਮਣ ਮਰਨ ਕੱਟ ਲੈ। ਇਉਂ ਭਾਵਨਾਵਾਂ ਕਰਦੇ ਰਾਏ ਬੁਲਾਰ ਜੀ ਆਪਣੇ ਮਹਿਲਾਂ ਵਿੱਚ ਆਏ। ਬਾਬਾ ਕਾਲੂ ਜੀ ਕਿਸੇ ਕਾਰਜ ਵਾਸਤੇ ਆਏ ਸਨ ਤਾਂ ਰਾਏ ਬੁਲਾਰ ਜੀ ਨੇ ਉੱਠ ਕੇ ਬੜਾ ਸਤਿਕਾਰ ਕੀਤਾ। ਕਿਹਾ ਤੁਹਾਡੇ ਪੁੱਤਰ ਕੋਈ ਸਧਾਰਨ ਮਾਨਵ ਨਹੀਂ ਹਨ, ਇਹ ਤਾਂ ਆਪ ਖੁਦਾ ਨੇ ਤਨ ਧਾਰਨ ਕੀਤਾ ਏ। ਬਾਬਾ ਕਾਲੂ ਜੀ ਕਹਿਣ ਲੱਗੇ ਮੈਂ ਤਾਂ ਕਿਤੇ ਵੀ ਉਹਨਾਂ ਦੀ ਸਮਝ ਨਹੀਂ ਵੇਖੀ। ਜਦੋਂ ਦਾ ਜਨਮ ਲਿਆ ਸੁੱਧ ਸੰਭਾਲੀ ਹੈ, ਧਨ ਦੇ ਕਮਾਉਣ ਦੀ ਕੋਈ ਵੀ ਜਿਹੜੀ ਆ ਉਹ ਰੀਤੀ ਨਹੀਂ ਕੀਤੀ। ਰਾਏ ਬੁਲਾਰ ਜੀ ਨੇ ਕਿਹਾ ਕਿ ਹੇ ਕਾਲੂ ਤੂੰ ਮੁੱਢ ਤੋਂ ਹੀ ਭੁੱਲ ਗਿਆ ਏ। ਜਦੋਂ ਮਨ ਦੇ ਅੰਦਰ ਧਨ ਦੇ ਕਮਾਉਣ ਦੀ ਇੱਛਾ ਬਾਹਲੀ ਹੋਵੇ ਫਿਰ ਐਸੇ ਗੂੜ ਆਸ਼ੇ ਵਾਲੇ ਜਿਹੜੇ ਮਹਾਂਪੁਰਖ ਹੈ ਉਹਨਾਂ ਦੇ ਸਿਧਾਂਤ ਨੂੰ ਉਹਨਾਂ ਦੇ ਆਸ਼ੇ ਨੂੰ ਕਿਵੇਂ ਤੂੰ ਜਾਣ ਸਕਦਾ ਹੈ, ਨਹੀਂ ਪਤਾ ਲੱਗੇਗਾ। ਫਿਰ ਰਾਏ ਜੀ ਨੇ ਬੜੀ ਸ਼ਰਧਾ ਨਾਲ ਕਿਹਾ ਜੋ ਕੁਝ ਵੀ ਮੇਰਾ ਇਹ ਰਾਜ ਦੇ ਵਿੱਚ ਸੁੱਖ ਪਦਾਰਥ ਹਨ ਮੇਰੇ ਗੁਰੂ ਨਾਨਕ ਸਾਹਿਬ ਦੇ ਕੰਮ ਆਉਣਗੇ, ਮੈਂ ਇਹਨਾਂ ਨੂੰ ਸਫਲਿਆਂ ਸਮਝਾਂਗਾ। ਇਉਂ ਰਾਏ ਬੁਲਾਰ ਜੀ ਨੇ ਬੜੀ ਸ਼ਰਧਾ ਨਾਲ ਬਚਨ ਕਹੇ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਘਰ ਵਿੱਚ ਹੀ ਉਦਾਸ ਬਿਰਤੀ ਸਤਿਗੁਰੂ ਜੀ ਚਿਹਰੇ 'ਤੇ ਚਾਦਰਾ ਲੈ ਲਿਆ। ਕੋਈ ਬਚਨ ਨਹੀਂ ਕਿਸੇ ਨਾਲ ਕਰਦੇ। ਮਾਤਾ ਜੀ ਨੇ ਵੀ ਬਹੁਤ ਵਾਰ ਸਤਿਗੁਰਾਂ ਜੀ ਨੂੰ ਆ ਕੇ ਆਖਿਆ ਕਿ ਸ਼ਰੀਕੇ ਦੇ ਲੋਕ ਸਾਨੂੰ ਤਾਨੇ ਮਾਰਦੇ ਹੈ ਕਿ ਇਕਲੌਤਾ ਹੀ ਪੁੱਤਰ ਵੈ ਅਤੇ ਕੋਈ ਕੰਮ ਕਾਰ ਨਹੀਂ ਕਰਦਾ, ਅਤੇ ਜੇ ਤੁਸੀਂ ਕੋਈ ਕੰਮ ਕਾਰ ਕਰੋਗੇ ਧਨ ਕਮਾਓਗੇ ਕੋਈ ਚੰਗਾ ਰਿਸ਼ਤਾ ਮਿਲ ਜਾਵੇਗਾ। ਇਸ ਤਰ੍ਹਾਂ ਮਾਤਾ ਜੀ ਨੇ ਸੰਸਾਰਕ ਪੱਖ ਤੋਂ ਬਹੁਤ ਸਾਰੀਆਂ ਗੱਲਾਂ ਆਖੀਆਂ ਨੇ। ਸ਼੍ਰੀ ਗੁਰੂ ਜੀ ਪਰ ਚਾਦਰਾ
महाराज जी लैके बराजे रहे। माता जी दे कहे हुए किसी बचन का हजूर ने उत्तर नहीं दिता। अगे जिमें कथा आ रही आओ प्यार नाल सरवण करिए। महाराज जी दे पावन चरनां दा ध्यान करते हुए आखो जी सतनाम। श्री वाहेगुरु साहिब जी सतनाम। श्री वाहेगुरु साहिब जी सतनाम। श्री वाहेगुरु साहिब जी परा भगत मह भगत दशासी। तो साध संगत जी मैनू विसर गया सी। अज भाई सतवंत सिंह जी ते भाई केर सिंह जी महान शहीद, उन्हां दा अज शहीदी दिहाड़ा है। अज दिन सूरबीरां ने फांसी का रस्सा चुम करके अपनी कौम दे उत्तों अपना आपा निशावर किया। जालम नूं सोधा ला करके मन दे अंदर कोई गम नहीं सी। बड़ी चढ़दी कला नाल भाई सतवंत सिंह जी ने भाई केहर सिंह जी ने जकारे छड्डदियां होइयां, क्योंकि उन्होंने श्री अकाल तख्त साहिब जी की टठी हुई इमारत सदा ही जहन विच वस गई सी। जिस सतगुरां जी दे घर तो शांति दीयां धुनां उठदियां, हरेक प्राणी मात्र नूं शांति मिलदी है। वो तख्त जिस तख्त नूं मीरी पीरी दे मालक गुरु हरगोबिंद साहिब सच्चे पातशाह ने तामीर किया, उस तख्त नूं बंबां दे गोले मार के उड़ा दिता गया। सच्चे पातशाह जी दे पावन अस्थान की घोर बेअदबी की। ये बेअदबी वेख के सूरबीरां ने जरी ना ते फिर जालम नूं जिहड़ा सी उस दे घर विच सोधा लाया। जिहड़े एडे एडे किले ते एडे एडे अंग रखियां कां दी सिक्योरिटी समझदे सी, सच्चे पातशाह जी महाराज दी बख्शिश प्राप्त की इन्हां सूरबीरां ने। भाई बेअंत सिंह जी तां भावें मौके ते ही शहादत प्राप्त कर गए, ते भाई सतवंत सिंह जी अते भाई केर सिंह जी नूं जालम हकूमत ने फिर जिहड़ा सी फांसी की सज़ा सुनाई सी। अज दे दिन भाई सतवंत सिंह जी अते भाई केर सिंह जी ने फांसी का रस्सा चुमिया सी, चढ़दी कला नाल शहादत प्राप्त की सी। भाई सतवंत सिंह जी दे सत्कारयोग पिता बापू तरलोक सिंह जी जदों उन्होंने पता लगा सीगा कि फांसी की सज़ा सुना दी है, तो अपने मुख तो जकारे छड्डे सीगे। सच्चे पातशाह जी महाराज दे दर घर तो अपना नौजवान पुत्र वारिया। ये सतगुरु पातशाह जी महाराज दे साहबजादियां दी दिती हुई कुर्बानी का सदका है कि गरीब नवाज सच्चे पातशाह जी की कौम मौत तो परे वसदी है। अज उन्हां सूरबीरां दा शहीदी दिहाड़ा होण करके सो संखेप जी बेनती की है। सच्चे पातशाह जी महाराज कृपा करन, ऐसा जज्बा ऐसी अनख ते गैरत अपनी कौम नूं सच्चे पातशाह जी बख्शिश करन। श्री गुरु जी का यह पवित्र इतिहास, ये गुरु नानक साहब जी दीयां साखियां सिक्खी का बीज अंदर बख्शिश करदियां हन। जिन्हें श्री गुरु जी का पवित्र इतिहास जीवन सुन लिया, वो सिक्खी विच प्रपक्क हो जाता है। तो जिन्हों सिक्खी विच प्रपक्कता प्राप्त हो जाए, वो फिर कदे जीवन विच डोलदा नहीं। सच्चे पातशाह जी महाराज दे ये पवित्र जन्म साखियां तो ही सिखां नूं इहो जी लगन लगदी कि धर्म तो आपा निशावर कर दिंदे, हक ते सच लई सदा ही जिउंदे, झूठे जीवन नूं तरजीह नहीं दिंदे, धर्म दे राह ते चलदियां होइयां अपना आपा वारदे। ये सच्चे पातशाह जी महाराज जी दे पवित्र जीवन तो जड़ी है ये दात प्राप्त हुंदी है, ये प्रसाद प्राणी नूं प्राप्त हुंदा है। सच्चे पातशाह जी महाराज दे जीवन की कथा बहुत पवित्र विलखण है। जिस जिस प्राणी ने सुनी है
ਉਹ ਪੁਰਾਣੀ ਸਿੱਖੀ ਵਿੱਚ ਪੂਰਨ ਹੋ ਕਰਕੇ ਸਤਿਗੁਰੂ ਜੀ ਦੇ ਦਰ ਪ੍ਰਵਾਨ ਚੜ੍ਹੇ ਆਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਇਤਿਹਾਸ ਆ ਰਿਹਾ ਹੈ। ਆਓ ਪਿਆਰ ਨਾਲ ਸਰਵਣ ਕਰੀਏ। ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਹੈ। ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਤੋ ਮਨ ਬਿਰਤੀ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਰਾ ਭਗਤ ਮਹਿ ਭਗਤ ਦਸ਼ਾਸੀ। ਸੱਚੇ ਪਾਤਸ਼ਾਹ ਜੀ ਦੀ ਨਾ ਜਿਵੇਂ ਪਰਾ ਬਾਣੀ ਵਿੱਚ ਜਾਪ ਕਰਦੇ ਐ ਭਗਤ ਸਤਿਗੁਰੂ ਗਰੀਬ ਨਿਵਾਜ ਜੀ ਦੀ ਇਹੋ ਜੀ ਦਸ਼ਾ ਹਾਲਤ ਹੈ ਜਿਵੇਂ ਕੋਈ ਭਗਤ ਪ੍ਰੇਮਾ ਭਗਤੀ ਦੇ ਅੰਦਰ ਜਿਹੜਾ ਹੈ ਨਿਮਗਨ ਹੋ ਗਿਆ ਹੈ। ਇਸ ਤਰ੍ਹਾਂ ਦੀ ਸਤਿਗੁਰਾਂ ਜੀ ਨੇ ਆਪਣੀ ਹਾਲਤ ਬਣਾ ਲਈ ਹੈ। 10 ਬਿਧ ਕੀਨੀ ਸ੍ਰੀ ਸੁਖ ਰਾਸੀ। ਸ੍ਰੀ ਸ਼੍ਰੋਮਣੀ ਸੁੱਖਾਂ ਦੀ ਖਾਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਤਿਸ ਤਰ੍ਹਾਂ ਦੀ ਆਪਣੀ ਹਾਲਤ ਕਰ ਲਈ ਹੈ। ਰੈਨ ਦਿਵਸ ਪਰ ਰਹਿ ਨ ਕੀਤਾ। ਰਾਤ ਦਿਨ ਮਹਾਰਾਜ ਜੀ ਘਰ ਵਿੱਚ ਹੀ ਪਏ ਰਹਿੰਦੇ ਆ। ਵਿਚਰ ਨਾ ਬੋਲੇ ਕਬਹਿ ਸੋਚੇਤਾ। ਕਦੇ ਸਾਵਧਾਨ ਹੋ ਕਰਕੇ ਵਿਚਰਦੇ ਨਹੀਂ, ਕਿਸੇ ਨਾਲ ਬੋਲਦੇ ਨਹੀਂ ਹਨ। ਪੇ ਉਨਮਤ ਨਿਮਗਨ ਆਨੰਦਾ। ਸੱਚੇ ਪਾਤਸ਼ਾਹ ਜੀ ਜਿਵੇਂ ਮਨ ਦੀ ਮਸਤੀ ਹੁੰਦੀ ਹੈ ਇਵੇਂ ਮਸਤ ਸੁਭਾਅ ਵਾਲੇ ਹੋ ਗਏ ਮਹਾਰਾਜ ਤੇ ਆਪਣੇ ਸਰੂਪ ਦੇ ਆਨੰਦ ਵਿੱਚ ਸੱਚੇ ਪਾਤਸ਼ਾਹ ਜੀ ਮਗਨ ਹੋ ਗਏ ਹਨ। ਸਰਜ ਲਖੇ ਨਰ ਤਨ ਸੁਖ ਕੰਦਾ। ਸੁੱਖਾਂ ਦੇ ਫਲ ਨੂੰ ਦੇਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਨੂੰ ਰੋਗ ਦੇ ਸਹਿਤ ਸਮਝਦੇ ਹਨ। ਸਾਰੇ ਮਨੁੱਖ ਇਉਂ ਸਮਝਦੇ ਆ ਕਿ ਇਹਨਾਂ ਨੂੰ ਕੋਈ ਬਿਮਾਰੀ ਚਿੰਬੜ ਗਈ ਹੈ। ਸਤਿਗੁਰੂ ਜੀ ਤਾਂ ਆਤਮਿਕ ਆਨੰਦ ਦੇ ਸੁਖ ਫਲ ਨੂੰ ਦੇਣ ਵਾਲੇ ਹਨ। ਖਾਨ ਪਾਨ ਨਹਿ ਰੁਚ ਸੋ ਕਰਹੀ। ਮਹਾਰਾਜ ਇੱਛਾ ਮੁਤਾਬਕ ਜਿਹੜਾ ਹੈ ਉਹ ਖਾਣਾ ਪੀਣਾ ਕੋਈ ਚੀਜ਼ ਨਹੀਂ ਕਰਦੇ। ਸ਼ਾਂਤ ਬ੍ਰਿਤ ਮੁਖ ਤੂਸ਼ਨ ਧਰਹੀ। ਸ਼ਾਂਤ ਬਿਰਤੀ ਸੱਚੇ ਪਾਤਸ਼ਾਹ ਜੀ ਨੇ ਮੁਖ ਤੋਂ ਚੁੱਪ ਧਾਰ ਛੱਡੀ ਹੈ। ਮਾਤ ਆਨ ਬਹੁ ਕਰ ਕਰ ਹੇਤੂ। ਮਾਤਾ ਤ੍ਰਿਪਤਾ ਜੀ ਆ ਕਰਕੇ ਬਹੁਤਾ ਪ੍ਰੇਮ ਕਰਦੇ ਹੋਏ ਅਸਨ ਖੁਵਾਵਹਿ ਮਧੁਰ ਸਮੇਤੂ। ਬਹੁਤ ਜ਼ਿਆਦਾ ਮਿੱਠਾ ਭੋਜਨ ਵੀ ਬਣਾ ਕੇ ਲਿਆਉਂਦੇ ਐ ਤੇ ਮਾਤਾ ਜੀ ਉਸ ਮਿੱਠੇ ਭੋਜਨ ਦੇ ਸਹਿਤ ਸ੍ਰੀ ਗੁਰੂ ਜੀ ਨੂੰ ਭੋਜਨ ਖਵਾਉਣਾ ਚਾਹੁੰਦੇ ਆ। ਦੁਰਬਲ ਭਾ ਤਬ ਤਾਤ ਸਰੀਰਾ। ਮਾਤਾ ਜੀ ਕਹਿੰਦੇ ਆ ਹੇ ਪੁੱਤਰ ਨਾਨਕ ਤੁਹਾਡਾ ਜਿਹੜਾ ਸਰੀਰ ਹੈ ਇਹ ਬੜਾ ਹੀ ਕਮਜ਼ੋਰ ਹੋ ਗਿਆ ਹੈ। ਕਿਉਂ ਨਾ ਕਹੋ ਨਿਜ ਰੁਜ ਕੀ ਪੀਰਾ। ਤੇ ਆਪਣੇ ਰੋਗ ਦੀ ਜਿਹੜੀ ਪੀੜਾ ਹੈ ਦਰਦ ਹੈ ਉਹ ਤੁਸੀਂ ਸਾਨੂੰ ਕਿਉਂ ਨਹੀਂ ਕਹਿੰਦੇ ਹੋ। ਆਨਨ ਪੀਤ ਅਚੰਚਲ ਅੰਗਾ। ਜਿਹੜਾ ਮੁਖ ਹੈ ਉਹ ਵੀ ਪੀਲਾ ਪੈ ਗਿਆ ਹੈ ਤੇ ਸਰੀਰ ਦੇ ਅੰਗ ਵੀ ਜਿਹੜੇ ਆ ਉਹ ਹਿਲਦੇ ਜੁਲਦੇ ਨਹੀਂ ਹਨ। ਬਿਗਸ ਨਾ ਬੋਲੇ ਸੰਗ ਉਮੰਗਾ। ਤੇ ਖੁਸ਼ ਹੋ ਕਰਕੇ ਉਤਸ਼ਾਹ ਦੇ ਨਾਲ ਤੁਸੀਂ ਨਹੀਂ ਬੋਲਦੇ ਹੋ ਕਿਸੇ ਨਾਲ ਵੀ। ਨਿਜ ਸੰਗੀ ਕੇ ਸੰਗਮ ਮਾਹੀ। ਆਪਣੇ ਜਿਹੜੇ ਤੁਹਾਡੇ ਮੇਲੀ ਹੈ ਉਹਨਾਂ ਦੇ ਮੇਲ ਦੇ ਵਿੱਚ ਜਿਹੜੇ ਸਾਥੀ ਹਨ ਉਹਨਾਂ ਦੇ ਮਿਲਾਪ ਵਿੱਚ ਮਿਲ ਕੇ ਵਿਚਰਤ ਕਿਉ ਤੁਮ ਨਾਹੀ। ਮਿਲ ਕਰਕੇ ਤੁਸੀਂ ਕਿਉਂ ਨਹੀਂ ਵਿਚਰਦੇ ਹੋ, ਕਿਉਂ ਨਹੀਂ ਤੁਸੀਂ ਆਪਣੇ ਸਾਥੀਆਂ ਨਾਲ ਜਿਹੜਾ ਉਹ ਬੈਠਦੇ ਹੋ। ਬਾਸੁਰ ਨਿਸਾ ਇਕਾਂਤ ਨਕੇਤੂ। ਰਾਤ ਦਿਨ ਤੁਹਾਨੂੰ ਇਕੱਲਿਆਂ ਹੀ ਇਕਾਂਤ ਵਿੱਚ ਇੱਥੇ ਘਰ ਵਿੱਚ ਬੈਠੇ ਰਹਿੰਦੇ ਹੋ। ਪਰੇ ਰਹੋ ਕਿਉਂ ਕਰਤ ਨਾ ਹੇਤੂ। ਤੇ ਪਏ ਰਹਿੰਦੇ ਹੋ ਕਿਉਂ ਕਰਕੇ ਤੁਸੀਂ ਕਾਰਨ ਨਹੀਂ ਦੱਸਦੇ। ਕੀ ਗੱਲ ਵੈ, ਕਾਰਨ ਕੀ ਹੈ। ਰੁਚ ਸੋ ਅਸਨ ਕਰਤ ਨਹਿ ਖਾਨਾ। ਤੇ ਇੱਛਾ ਮੁਤਾਬਕ ਰੁਚੀ ਨਾਲ ਤੁਸੀਂ ਭੋਜਨ ਵੀ ਨਹੀਂ ਖਾਣਾ ਕਰਦੇ। ਕਿਦੋਂ ਉਦਰ ਰੁਜ ਕੋ ਬਲਵਾਨਾ। ਕਿ ਜਾਂ ਕੋਈ ਪੇਟ ਦਾ ਹੀ ਬੜਾ ਬਲ ਵਾਲਾ ਰੋਗ ਕੋਈ ਹੋ ਗਿਆ ਹੈ, ਪੇਟ ਦਾ ਕੋਈ ਇਸ ਪ੍ਰਕਾਰ ਰੋਗ ਚਿੰਬੜ ਗਿਆ ਏ। ਮੋਹਰ ਮੋਹ ਜਨਨੀ ਇਵ ਭਾਖੀ। ਬਾਰ ਬਾਰ ਮਾਤਾ ਜੀ ਜਦੋਂ ਇਸ ਤਰ੍ਹਾਂ ਸਤਿਗੁਰਾਂ ਜੀ ਨੂੰ ਕਹਿੰਦੇ ਆ ਸੁਤ ਉਪਚਾਰ ਕਰਨ ਅਬਲਾਖੀ। ਮਨ ਦੇ ਅੰਦਰ ਇੱਛਾ ਇਹ ਚਾਹੁੰਦੇ ਆ ਕਿ ਮੇਰੇ ਪੁੱਤਰ ਦਾ ਜਿਹੜਾ ਕੋਈ ਰੋਗ ਹੈ ਉਹਦਾ ਇਲਾਜ ਕਰਵਾਈਏ। ਮਨ ਹੀ ਮਨਹਿ ਮਨਾਬ ਮਹੇਸ਼ਾ। ਤੇ ਮਨ ਹੀ ਮਨ ਮਾਤਾ ਜੀ ਨਾ ਇਹ ਜਿਹੜਾ ਹੈ
ਉਹ ਆਰਾਧਨਾ ਕਰਦੇ ਹੈ। ਫਿਰ ਪੜੋ ਮਨ ਹੀ ਮਨਹਿ ਮਨਾਬ ਮਹੇਸ਼ਾ। ਤੇ ਇਉਂ ਜਿਹੜਾ ਹੈ ਸ਼ਿਵ ਜੀ ਨੂੰ ਆਰਾਧਦੇ ਹਨ ਮਨ ਹੀ ਮਨ। ਪੂਜ ਚੰਡਕਾ ਬਹੁਰ ਗਣੇਸ਼ਾ। ਤੇ ਇਉਂ ਚੰਡੀ ਦੀ ਪੂਜਾ ਕਰਦੇ ਆ, ਬਹੁਰੋ ਗਣੇਸ਼ ਦੀ ਪੂਜਾ ਕਰਦੇ ਆ। ਮਾਤਾ ਜੀ ਨਹੀਂ ਜਾਣਦੇ ਕਿ ਸ਼ਿਵ ਜੀ ਗਣੇਸ਼ ਤੇ ਚੰਡੀ ਤਾਂ ਇਹਨਾਂ ਦੀ ਪੂਜਾ ਹੀ ਕਰਦੇ ਆ ਜੋ ਆਪ ਹੀ ਨਿਰੰਕਾਰ ਰੂਪ ਹਨ। ਪਰ ਮਾਤਾ ਜੀ ਸ੍ਰੀ ਗੁਰੂ ਜੀ ਦੇ ਆਰਾਮ ਹੋ ਜਾਵੇ, ਸਰੀਰ ਨੂੰ ਕੋਈ ਰੋਗ ਹੈ ਉਹ ਨਾਸ਼ ਹੋਵੇ, ਇਉਂ ਜਿਹੜਾ ਹੈ ਦੇਵੀ ਦੇਵਤਿਆਂ ਨੂੰ ਮਨਾਉਂਦੇ ਹਨ। ਤੇ ਕੀ ਮਾਤਾ ਜੀ ਜਾਣਦੇ ਆ ਕਿ ਦੇਵੀ ਦੇਵਤੇ ਜਿਨ੍ਹਾਂ ਦਾ ਧਿਆਨ ਕਰਦੇ ਆ ਗੁਰੂ ਨਾਨਕ ਸਾਹਿਬ ਤਾਂ ਉਹ ਸਰੂਪ ਹਨ। ਸੁਤ ਸਰੀਰ ਕੋ ਕਰਹੁ ਅਰੋਗਾ। ਅਰਦਾਸਾਂ ਕਰਦੇ ਆ ਹੱਥ ਜੋੜ ਜੋੜ ਕੇ ਕਿ ਮੇਰੇ ਪੁੱਤਰ ਦੇ ਸਰੀਰ ਨੂੰ ਅਰੋਗ ਕਰ ਦੇਵੋ। ਦਿਉ ਉਪਾਇਨ ਜਸ ਜਿਸ ਜੋਗਾ। ਜਿਸ ਤਰ੍ਹਾਂ ਜਿਸ ਦੀ ਜੋਗ ਹੈ, ਜਿਹੜੀ ਭੇਟਾ ਜਿਸ ਦੇਵਤੇ ਨੂੰ ਚੰਗੀ ਲੱਗਦੀ ਉਸ ਤਰ੍ਹਾਂ ਦੀ ਮੈਂ ਭੇਟਾ ਦੇਵਾਂਗੀ। ਬੰਦੇ ਕਰ ਧਰ ਪਰ ਧਰ ਸਿਰ ਕੋ। ਦੋਵੇਂ ਹੱਥ ਜੋੜ ਕਰਕੇ ਨਮਸਕਾਰਾਂ ਕਰਦੇ ਆ ਮਾਤਾ ਜੀ ਧਰਤੀ ਤੇ ਸੀਸ ਲਾ ਕਰਕੇ। ਨਮੋ ਕਰਹਿ ਸ੍ਰੀ ਲక్ష్ਮੀ ਬਰ ਕੋ। ਸ੍ਰੀ ਲక్ష్ਮੀ ਦੇ ਇਸ ਪ੍ਰਕਾਰ ਵਰਪਤੀ ਪਰਮੇਸ਼ਵਰ ਨੂੰ ਮਾਤਾ ਜੀ ਨਮਸਕਾਰ ਕਰਦੇ ਐ ਦੋਵੇਂ ਹੱਥ ਜੋੜ ਕਰਕੇ। ਮਾਤਾ ਜੀ ਨਹੀਂ ਇਸ ਗੱਲ ਨੂੰ ਜਾਣਦੇ, ਇਹ ਸ੍ਰੀ ਗੁਰੂ ਜੀ ਨੇ ਪਰਦਾ ਹੀ ਪਾਇਆ ਨਾ, ਨਹੀਂ ਪਤਾ ਲੱਗਣ ਦਿੱਤਾ। ਮਾਤਾ ਜੀ ਜਿਸ ਨਿਰੰਕਾਰ ਦੇ ਅੱਗੇ ਅਰਦਾਸਾਂ ਕਰ ਰਹੇ ਐ ਉਹ ਆਪ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਖੁਦ ਪਰਮੇਸ਼ਰ ਨੇ। ਪਰ ਮਾਤਾ ਜੀ ਉਹ ਹਜੂਰ ਦੇ ਸਰੀਰ ਨੂੰ ਰਾਜੀ ਹੋਣ ਲਈ ਜੋਦੜੀਆਂ ਕਰਦੇ ਆ ਪਰਮੇਸ਼ਰ ਅੱਗੇ। ਸੁਤ ਕਰ ਗਹਿ ਕਰ ਬਹੁਰੋ ਬੋਲੀ। ਆਪਣੇ ਪੁੱਤਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਹੱਥ ਪਕੜ ਕੇ ਮਾਤਾ ਜੀ ਬਹੁਰੋ ਬੋਲੇ ਆ। ਕਹੋ ਆਪਣੀ ਪੀਰਾ ਖੋਲੀ। ਤੇ ਆਪਣਾ ਜਿਹੜਾ ਦਰਦ ਹੈ ਉਹ ਸਾਰਾ ਸਾਨੂੰ ਖੋਲ ਕੇ ਪ੍ਰਗਟ ਕਰਕੇ ਦੱਸਣਾ ਕਰੋ। ਤਿਸ ਪਰ ਮੈਂ ਕਰਵਾਉ ਇਲਾਜਾ। ਤੇ ਉਸ ਰੋਗ ਦੇ ਉੱਤੇ ਇਹ ਪੁੱਤਰ ਮੈਂ ਇਲਾਜ ਕਰਵਾ ਦੇਵਾਂਗੀ। ਵੈਦ ਬੁਲਾਏ ਬਿਲਮ ਬਿਨ ਆਜਾ। ਤੇ ਬਿਨਾਂ ਦੇਰੀ ਤੋਂ ਅੱਜ ਹੀ ਜਿਹੜਾ ਵੈਦ ਹੈ ਉਹ ਬੁਲਾ ਲਵਾਂਗੇ। ਮਸਟ ਕਰੀ ਬੇਦੀ ਕੁਲ ਨਾਥਾ। ਬੇਦੀਆਂ ਦੇ ਕੁਲ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਚੁੱਪ ਧਾਰ ਛੱਡੀ ਹੈ। ਉੱਤਰ ਨਾ ਦੇ ਕੋ ਜਨਨੀ ਸਾਥਾ। ਮਾਤਾ ਜੀ ਦੇ ਤਾਈ ਹਜੂਰ ਨੇ ਕੋਈ ਉੱਤਰ ਨਹੀਂ ਦੇਣਾ ਕੀਤਾ। ਸੁਧ ਲੇਵਨ ਆਵਹਿ ਸਭ ਗਿਆਤੀ। ਸਾਰੇ ਜਿਹੜੇ ਰਿਸ਼ਤੇਦਾਰ ਹੈ ਉਹ ਫਿਰ ਮਹਾਰਾਜ ਜੀ ਦੀ ਖਬਰ ਲੈਣ ਆਉਂਦੇ ਆ। ਜਿਨ ਕੋ ਨਹਿ ਅਸਰੀਤ ਸੁਹਾਤੀ। ਜਿਨ੍ਹਾਂ ਨੂੰ ਸਤਿਗੁਰਾਂ ਜੀ ਦੀ ਇਹ ਜਿਹੜੀ ਆ ਤਰੀਕਾ ਨਾ ਉਦਾਸ ਰਹਿਣਾ, ਜਿਨ੍ਹਾਂ ਰਿਸ਼ਤੇਦਾਰਾਂ ਨੂੰ ਚੰਗਾ ਨਹੀਂ ਲੱਗਦਾ ਏ। ਭੋਜਨ ਖਾਤ ਨਾ ਪੀਵਤ ਨੀਰੂ। ਮਹਾਰਾਜ ਨਾ ਭੋਜਨ ਖਾਂਦੇ ਆ ਸੱਚੇ ਪਾਤਸ਼ਾਹ ਜੀ, ਨਾ ਹੀ ਜਲ ਛਕਦੇ ਹਨ। ਹੇਰਤ ਬੇਦੀ ਭਏ ਅਧੀਰੂ। ਤੇ ਵੇਖ ਵੇਖ ਕੇ ਸਾਰੇ ਜਿਹੜੇ ਬੇਦੀ ਰਿਸ਼ਤੇਦਾਰ ਹੈ ਉਹ ਧੀਰਜ ਤੋਂ ਰਹਿਤ ਹੋ ਰਹੇ ਆ। ਪੂਰ ਬਸੂਰਤ ਸਭ ਪਰਿਵਾਰੂ। ਸਾਰਾ ਹੀ ਪਰਿਵਾਰ ਜਿਹੜਾ ਹੈ ਬਹੁਤ ਜ਼ਿਆਦਾ ਝੂਰਦਾ ਹੈ ਸ੍ਰੀ ਗੁਰੂ ਜੀ ਦੀ ਇਹ ਹਾਲਤ ਵੇਖ ਕਰਕੇ। ਰੋਜ ਨਾ ਪਾਏ ਨਹਿ ਕਰ ਉਪਚਾਰੂ। ਤੇ ਕੋਈ ਰੋਗ ਨਹੀਂ ਉਹਨਾਂ ਨੂੰ ਪਤਾ ਲੱਗ ਰਿਹਾ ਜਿਸ ਦਾ ਕਿ ਕੋਈ ਇਲਾਜ ਕਰਵਾ ਲੈਣ। ਕਾਲੂ ਸੋ ਬੋਲੇ ਮਿਲ ਸੋ। ਸਾਰੇ ਜਿਹੜੇ ਰਿਸ਼ਤੇਦਾਰ ਸੀ ਨਾ ਉਹ ਬਾਬਾ ਕਾਲੂ ਜੀ ਨੂੰ ਤੇ ਸਮੇਂ ਸਾਰੇ ਕਹਿਣ ਲੱਗੇ ਇਕੱਠੇ ਹੋ ਕਰਕੇ। ਤਬ ਤਨੁ ਜਿਹ ਕੋ ਦੁਖ ਹੈ ਕੋ। ਇਹ ਬਾਬਾ ਕਾਲੂ ਤੇਰੇ ਪੁੱਤਰ ਨੂੰ ਕੋਈ ਨਾ ਕੋਈ ਜਿਹੜਾ ਨਾ ਉਹ ਰੋਗ ਚਿੰਬੜਿਆ ਹੋਇਆ ਹੈ। ਤੂੰ ਨਿਚਿੰਤ ਫਿਰ ਹੈ ਕਹੋ ਕੈਸੇ। ਤੇ ਤੂੰ ਆਪ ਬਾਬਾ ਕਾਲੂ ਕਿਵੇਂ ਨਿਸ਼ਚਿੰਤ ਹੋ ਕਰਕੇ ਜਿਹੜਾ ਹੈ ਉਹ ਫਿਰ ਰਿਹਾ ਹੈ। ਇੱਕ ਸੁਤ ਬਹੁਰ ਰੁਜੀ ਭਾ ਐਸੇ। ਕੋਈ ਪੁੱਤਰ ਵੈ ਤੇ ਉਹ ਵੀ ਫਿਰ ਇਸ ਤਰ੍ਹਾਂ ਬਿਮਾਰ ਪੈ ਗਿਆ ਏ। ਵੈਦ ਬੁਲਾਏ ਇਲਾਜ ਕਰੀਜੈ। ਵੈਦ ਨੂੰ ਬੁਲਾ ਕਰਕੇ ਤੇ ਚੰਗੀ ਤਰ੍ਹਾਂ ਆਪਣੇ ਪੁੱਤਰ ਦਾ ਇਲਾਜ ਕਰਵਾਉਣਾ ਕਰੋ। ਦਰਬ ਲੋਭ ਨਹਿ ਹਿਰਦੈ ਧਰੀਜੈ। ਧਨ ਦਾ ਲੋਭ ਜਿਹੜਾ ਨਾ ਉਹ ਆਪਣੇ ਹਿਰਦੇ ਵਿੱਚ ਨਾ ਬਾਹਲਾ ਧਾਰਨ ਕਰੋ। ਜੇ ਤਬ ਤਾਤ ਅਰੋਗ ਜੀਵੰਤੂ। ਜੇ ਹੈ ਬਾਬਾ ਕਾਲੂ ਜੀ ਤੁਹਾਡਾ ਪੁੱਤਰ ਜਿਉਂਦਾ ਹੈ
ਤੇ ਇਸ ਪ੍ਰਕਾਰ ਰੋਗ ਤੋਂ ਰਹਿਤ ਹੈ। ਫਿਰ ਪੜੋ। ਜੇ ਤਬ ਤਾਤ ਅਰੋਗ ਜਿਵੰਤੂ, ਰੋਗ ਤੋਂ ਰਹਿਤ ਹੈ ਤੇ ਜਿਉਂਦਾ ਹੈ। ਇਹ ਤੇ ਅਦਕ ਹੋਏ ਧਨਵੰਤੂ, ਤੇ ਇਸ ਤੋਂ ਵੀ ਵੱਡਾ ਜਿਹੜਾ ਬਹੁਤਾ ਤੁਸੀਂ ਧਨਵਾਨ ਹੋ ਜਾਵੋਗੇ। ਸੁਤ ਸਨੇਹ ਕੋ ਮਨ ਤੇ ਤਿਆਗੀ, ਤੇ ਤੁਸੀਂ ਆਪਣੇ ਪੁੱਤਰ ਦੇ ਸਨੇਹ ਪਿਆਰ ਨੂੰ ਮਨ ਤੋਂ ਹੀ ਤਿਆਗ ਦਿੱਤਾ, ਛੱਡ ਦਿੱਤਾ ਏ। ਦਰਬ ਵਿਖੈ ਕਿਉ ਭਾ ਅਨੁਰਾਗੀ, ਧਨ ਦੇ ਕਮਾਉਣ ਵਿੱਚ ਹੀ ਕਿਉਂ ਤੁਹਾਡਾ ਚਿੱਤ ਪ੍ਰੇਮੀ ਬਣ ਗਿਆ ਏ। ਤਰਕ ਸੁਨਤ ਗਿਆਤਨ ਕੀ ਕਾਲੂ, ਇਉਂ ਬਾਬਾ ਕਾਲੂ ਜੀ ਨੇ ਜਦੋਂ ਰਿਸ਼ਤੇਦਾਰਾਂ ਦੀ ਸਾਰਿਆਂ ਦੀ ਇਹ ਬੋਲੀ ਸੁਣੀ ਹੈ, ਹੋਤੋ ਅਨੁਜ ਢਿਗ ਤਿਹ ਛਿਨ ਲਾਲੂ, ਤੇ ਸਮੇਂ ਕੋਲ ਖਲੋਤੇ ਨੇ ਜਿਹੜੇ ਛੋਟੇ ਭਰਾ ਬਾਬਾ ਲਾਲੂ ਜੀ। ਵੈਦ ਬੁਲਾਵਨ ਹੇਤ ਪਠਾਇਆ, ਵੈਦ ਨੂੰ ਬੁਲਾਉਣ ਵਾਸਤੇ ਆਪਣੇ ਛੋਟੇ ਭਰਾ ਬਾਬਾ ਲਾਲੂ ਜੀ ਨੂੰ ਤਿਸ ਸਮੇਂ ਭੇਜਣਾ ਕੀਤਾ। ਲਾਲੂ ਤਿਹ ਘਰ ਜਾਏ ਬੁਲਾਇਆ, ਤੇ ਬਾਬਾ ਲਾਲੂ ਜੀ ਨੇ ਤਿਸ ਵੈਦ ਦੇ ਘਰ ਵਿੱਚ ਜਾ ਕਰਕੇ ਉਸ ਨੂੰ ਫਿਰ ਬੁਲਾ ਲਿਆਂਦਾ। ਨਾਮ ਜਾਸ ਹਰਦਾਸ ਹੁਲਾਸੀ, ਉਸ ਜਿਸ ਵੈਦ ਦਾ ਨਾਮ ਹਰਦਾਸ ਵੈਦ ਹੈ ਤੇ ਬੜੀ ਹੀ ਖੁਸ਼ੀ ਦੇ ਸਹਿਤ ਜਗੇ ਭਾਗ ਗਾ ਢਿਗ ਸੁਖ ਰਾਸੀ, ਬੜੇ ਸੁਖ ਦੇ ਸਹਿਤ ਬੜੀ ਖੁਸ਼ੀ ਦੇ ਸਹਿਤ ਸੁੱਖਾਂ ਦੀ ਖਾਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਚੱਲ ਪਿਆ ਏ। ਹਰਦਾਸ ਵੈਦ ਜਦੋਂ ਸੁਣਿਆ, ਬਾਬਾ ਲਾਲੂ ਜੀ ਨੇ ਕਿਹਾ ਕਿ ਸਾਡੇ ਨਾਲ ਚੱਲੋ। ਇਉਂ ਜਿਹੜਾ ਹੈ ਘਰ ਦੇ ਅੰਦਰ ਬਾਬਾ ਕਾਲੂ ਜੀ ਦੇ ਸੁਪੁੱਤਰ ਉਹ ਰੋਗ ਦੇ ਸਹਿਤ ਹਨ ਤੇ ਬੜੇ ਉਤਸ਼ਾਹ ਦੇ ਨਾਲ ਬੜੀ ਖੁਸ਼ੀ ਦੇ ਸਹਿਤ ਬਾਬਾ ਹਰਦਾਸ ਜੀ ਜੋ ਇਸ ਪ੍ਰਕਾਰ ਵਾਹਿਗੁਰੂ ਜਿਹੜੇ ਵੈਦ ਹਰਦਾਸ ਜੀ ਹਨ ਉਹ ਚੱਲ ਪਏ ਐ, ਜਿਨ੍ਹਾਂ ਦੇ ਜਾਣੋ ਭਾਗ ਹੀ ਜਾਗ ਪਏ ਐ। ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋਣ ਲੱਗੇ ਹਨ। ਤਨ ਪਰ ਬਸਨ ਲਏ ਸੁਖਦਾਈ, ਤੇ ਆਪਣੇ ਇਸ ਪ੍ਰਕਾਰ ਜਦੋਂ ਆਏ ਐ ਵੈਦ ਹਰਦਾਸ ਜੀ ਤੇ ਸੁਖਦਾਈ ਸੁੱਖਾਂ ਨੂੰ ਦੇਣ ਵਾਲੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਸਰੀਰ ਦੇ ਉੱਤੇ ਵਸਤਰ ਲਿਆ ਹੋਇਆ ਏ। ਜਹ ਪੌਡੇ ਆਇਓ ਤਿਹ ਥਾਈ, ਜਿੱਥੇ ਮਹਾਰਾਜ ਬਿਰਾਜੇ ਹੋਏ ਐ ਉਸ ਥਾਂ ਤੇ ਆ ਗਏ ਚੱਲ ਕਰਕੇ ਵੈਦ ਹਰਦਾਸ ਜੀ। ਕਾਲੂ ਕਹੈ ਸੋ ਬੈਦੰ ਸੁਣੀਏ, ਤੇ ਬਾਬਾ ਕਾਲੂ ਜੀ ਕਹਿਣ ਲੱਗੇ ਕਿ ਵੈਦ ਹਰਦਾਸ ਜੀ ਸੁਣਨਾ ਕਰੋ। ਕਰ ਬਿਲੋਕ ਇਹ ਰੁਜ ਕੋ ਗੁਨੀਏ, ਤੇ ਜਿਹੜਾ ਹੈ ਹੱਥ ਵੇਖ ਕਰਕੇ ਚੰਗੀ ਤਰ੍ਹਾਂ ਜਿਹੜਾ ਰੋਗ ਹੈ ਉਸ ਨੂੰ ਵਿਚਾਰਨਾ ਕਰੋ, ਸਮਝਣਾ ਕਰੋ। ਨਿਸ ਦਿਨ ਪਰਿਓ ਰਹਿ ਸਹਿ ਆਲਸ, ਤੇ ਸਹਿਤ ਆਲਸ ਦੇ ਇਹ ਰਾਤ ਦਿਨ ਹੀ ਪਏ ਰਹਿੰਦੇ ਆ। ਖਾਨ ਪਾਨ ਕੀ ਕਰੈ ਨਾ ਲਾਲਸ, ਤੇ ਖਾਣ ਪੀਣ ਦੀ ਵੀ ਕੋਈ ਇੱਛਾ ਜਿਹੜੀ ਹੈ ਨਹੀਂ ਕਰਦੇ। ਪੀਤ ਬਦਨ ਤਨ ਖੀਨ ਕੁਢਾਰਾ, ਤੇ ਪੀਲਾ ਜਿਹੜਾ ਚਿਹਰਾ ਹੋ ਗਿਆ ਹੈ ਤੇ ਤਨ ਜਿਹੜਾ ਉਹ ਬੜਾ ਕਮਜ਼ੋਰ ਹੋ ਗਿਆ ਖੋਟੇ ਢੰਗ ਨਾਲ। ਬੇਦਨ ਪਾਏ ਕਰਹੁ ਉਪਚਾਰਾ, ਤੇ ਜਿਹੜੀ ਹੈ ਬਿਮਾਰੀ ਲੱਭ ਕਰਕੇ ਬੇਦਨ ਪੀੜਾ ਲੱਭ ਕਰਕੇ ਤੇ ਉਹਦਾ ਉਪਚਾਰਾ ਜਿਹੜਾ ਹੈ ਇਲਾਜ ਉਹਦੀ ਦਵਾ ਉਹ ਕਰਨਾ ਕਰੋ। ਸੁਨ ਕਰ ਬਚਨ ਵੈਦ ਬੁੱਧਵੰਤਾ, ਸਿਆਣਾ ਜਿਹੜਾ ਵੈਦ ਸੀ ਹਰਦਾਸ ਜੀ ਉਹ ਸੁਣ ਕਰਕੇ ਬਚਨ ਬਾਬਾ ਕਾਲੂ ਜੀ ਦੇ। ਬੈਠਿਓ ਨਿਕਟ ਤਬਹ ਜਗ ਕੰਤਾ, ਜਗਤ ਦੇ ਮਾਲਕ ਸੁਆਮੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਹੋ ਕਰਕੇ ਵੈਦ ਜੀ ਬੈਠ ਗਏ। ਆਨਨ ਪਰ ਤੇ ਬਸਨ ਉਗਾਰਾ, ਤੇ ਮਹਾਰਾਜ ਜੀ ਦੇ ਮੁਖ ਤੋਂ ਤੇ ਸਮੇਂ ਜਿਹੜਾ ਵਸਤਰ ਸੀ ਉਹ ਲਾਉਣਾ ਕੀਤਾ ਵੈਦ ਜੀ ਨੇ। ਹੇਰਤ ਧਮਨੀ ਕਰ ਕਰ ਧਾਰਾ, ਤੇ ਮਹਾਰਾਜ ਜੀ ਦਾ ਜਿਹੜਾ ਹੱਥ ਸੀ ਨਾ ਆਪਣੇ ਹੱਥ ਵਿੱਚ ਪਕੜ ਕਰਕੇ ਜਿਹੜੀ ਨਬਜ ਵੈ ਨਾੜੀ ਉਹ ਤੇ ਸਮੇਂ ਜਿਹੜੀ ਨਬਜ ਸੀ ਉਹ ਹਰਦਾਸ ਜੀ ਵੇਖਣ ਲੱਗ ਪਏ। ਵੈਦ ਬਦਨ ਦੁਖ ਕਦਨ ਸੋ ਦੇਖਾ, ਜਦੋਂ ਦੁੱਖਾਂ ਦੇ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਜੀ ਦਾ ਮੁਖੜਾ ਵੈਦ ਨੇ ਵੇਖਣਾ ਕੀਤਾ। ਇਧਰੋਂ ਦੁੱਖਾਂ ਦੇ ਕੱਟਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਦੋਂ ਵੈਦ ਹਰਦਾਸ ਵੱਲ ਵੇਖਣਾ ਕੀਤਾ। ਜਿਸ ਕੋ ਮਨ ਅਨਕੰਪ ਬਸੇਖਾ, ਧੰਨ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਮਨ ਦੇ ਅੰਦਰ ਬਹੁਤ ਭਾਰੀ ਕਿਰਪਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਪਾਤਰ ਜਾਣ ਕਰਕੇ ਕਿ ਇਹ ਪਾਤਰ ਹੈ ਕਿਰਪਾ ਦੇ ਪ੍ਰਾਪਤ ਕਰਨ ਦਾ, ਸ੍ਰੀ ਗੁਰੂ ਜੀ ਨੇ ਜਿਹੜਾ ਸੀ ਦ੍ਰਿਸ਼ਟੀ ਨਾਲ ਕਿਰਪਾ ਨਾਲ ਵੇਖਣਾ ਕੀਤਾ ਹਰਦਾਸ ਵੈਦ ਵੱਲ। ਕਰਤੇ ਕਰਖ ਲਿਓ ਨਿਜ ਕਰ ਕੋ, ਸੱਚੇ ਪਾਤਸ਼ਾਹ ਜੀ ਨੇ ਆਪਣਾ ਜਿਹੜਾ ਹੱਥ ਸੀ ਨਾ ਉਹ ਖਿੱਚ ਲਿਆ
ਵੈਦ ਜੀ ਦੇ ਹੱਥ ਵਿੱਚੋਂ ਉਠ ਬੈਠੇ ਦੇਵਨ ਮਤ ਬਰ ਕੋ। ਸ੍ਰੇਸ਼ਟ ਮਤ ਦੇਣ ਵਾਸਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਉੱਠ ਬੈਠੇ ਐ। ਬਚ ਬੋਲੇ ਉਤਪਲ ਦਲ ਲੋਚਨ। ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਨੇਤਰ ਕਮਲ ਫੁੱਲ ਦੀਆਂ ਪੰਖੜੀਆਂ ਵਰਗੇ ਖਿੜੇ ਹੋਏ ਐ, ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਜੀ ਇਉਂ ਫਰਮਾਉਂਦੇ ਹਨ। ਸੁਖਦ ਅਚਲ ਭਵ ਬੰਦ ਵਿਮੋਚਨ। ਫਿਰ ਪਿਛਲੀ ਪੰਕਤੀ। ਬਚ ਬੋਲੇ ਉਤਪਲ ਦਲ ਲੋਚਨ। ਕਮਲ ਸ਼ਰੀਕੀਆਂ ਪੰਖੜੀਆਂ ਵਰਗੇ ਸਤਿਗੁਰਾਂ ਜੀ ਦੇ ਨੇਤਰ ਹਜੂਰ ਬਚਨ ਬੋਲੇ ਆ ਆਪਣੇ ਮੁਖ ਤੋਂ। ਸੁਖਦ ਅਚਲ ਭਵ ਬੰਦ ਵਿਮੋਚਨ। ਸੁਖ ਦੇ ਦੇਣ ਵਾਲੇ ਸੱਚੇ ਪਾਤਸ਼ਾਹ ਜੀ ਮਹਾਰਾਜ ਸੰਸਾਰ ਦੇ ਬੰਧਨਾਂ ਨੂੰ ਕੱਟਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ। ਗਹੋ ਹਾਥ ਕੇ ਸਾਥ ਸੋ ਹਾਥਾ। ਮਹਾਰਾਜ ਕਹਿੰਦੇ ਆ ਵੈਦ ਜੀ ਆਪਣੇ ਹੱਥ ਵਿੱਚ ਸਾਡਾ ਜਿਹੜਾ ਹੱਥ ਪਕੜ ਰਹੇ ਹੋ, ਕਿਆ ਤੁਮ ਜੀਓ ਕਹੋ ਨਿਜ ਗਾਥਾ। ਤੁਹਾਡੇ ਦਿਲ ਵਿੱਚ ਕੀ ਹੈ, ਆਪਣੀ ਜਿਹੜੀ ਗੱਲ ਹੈ ਗਾਥਾ ਕਥਾ ਉਹ ਦੱਸੋ। ਤੁਹਾਡੇ ਮਨ ਵਿੱਚ ਕੀ ਕਾਰਨ ਹੈ ਕਿ ਕਿਉਂ ਤੁਸੀਂ ਸਾਡਾ ਹੱਥ ਪਕੜ ਰਹੇ ਹੋ। ਸੁਨ ਕਰ ਭੇਖਕ ਬਚਨ ਉਚਾਰੇ। ਸੁਣ ਕਰਕੇ ਹਰਦਾਸ ਵੈਦ ਜੀ ਨੇ ਇਉਂ ਬਚਨ ਉਚਾਰਨਾ ਕੀਤੇ। ਹਾਂ ਹੇਰੋ ਜੋ ਰੋਗ ਤੁਮਾਰੇ। ਕਿ ਮੈਂ ਤਾਂ ਜਿਹੜਾ ਤੁਹਾਡੇ ਸਰੀਰ ਵਿੱਚ ਰੋਗ ਹੈ ਉਹ ਵੇਖ ਰਿਹਾ ਹਾਂ। ਪਿੱਤ ਵਾਏ ਕਫ ਸ੍ਰੋਣਤ ਚਾਰੂ। ਜੋ ਚਾਰ ਰੋਗ ਹਨ, ਪਿੱਤ ਗਰਮੀ ਆਦਿਕ ਦਾ ਰੋਗ ਹੁੰਦਾ ਹੈ, ਤੇ ਇਸ ਪ੍ਰਕਾਰ ਵਾਈ ਦਾ ਰੋਗ ਹੁੰਦਾ ਹੈ, ਤੇ ਕਫ ਬਲਗਮ ਦਾ ਰੋਗ ਹੁੰਦਾ ਹੈ, ਤੇ ਜਿਹੜਾ ਹੈ ਸਰੋਣਤ ਖੂਨ ਦਾ ਭਾਵ ਰੁਦਰ ਵਿਗਾੜ ਦਾ। ਇਹ ਜਿਹੜੇ ਚਾਰ ਰੋਗ ਹੁੰਦੇ ਹਨ, ਜਿਵੇਂ ਪਿੱਤ ਸੁਰਫਾ ਵੀ ਕਹਿ ਦਿੰਦੇ ਆ, ਇਸ ਪ੍ਰਕਾਰ ਇਹ ਵੈਦ ਹਰਦਾਸ ਜੀ ਕਹਿੰਦੇ ਇਹ ਜਿਹੜੇ ਚਾਰ ਰੋਗ ਹਨ, ਇਨ ਤੇ ਤਨ ਮਹਿ ਹੋਤ ਵਿਕਾਰੂ। ਇਹਨਾਂ ਰੋਗਾਂ ਕਰਕੇ ਭਾਵ ਇਹਨਾਂ ਚੌਹਾਂ ਕਰਕੇ ਹੀ ਤਨ ਸਰੀਰ ਦੇ ਅੰਦਰ ਵਿਗਾੜ ਪੈਦਾ ਹੋ ਜਾਂਦਾ ਹੈ, ਰੋਗ ਪੈਦਾ ਹੋ ਜਾਂਦਾ ਏ। ਜਿਹ ਕੋ ਮੈਂ ਵਿਕਾਰ ਅਬ ਹੇਰੋ। ਤੇ ਜੇ ਇਹਨਾਂ ਚਾਰਾਂ ਵਿੱਚੋਂ ਜਿਸ ਦਾ ਮੈਂ ਵਿਕਾਰ ਭਾਵ ਵਿਗਾੜ ਹੁਣ ਵੇਖਾਂਗਾ, ਤਿਹ ਪਰ ਕਰ ਉਪਚਾਰ ਨਬੇਰੋ। ਤੇ ਉਹਦੇ ਉੱਤੇ ਫਿਰ ਮੈਂ ਉਪਚਾਰ ਇਲਾਜ ਕਰਕੇ ਦਵਾਈ ਦੇ ਕੇ ਉਹ ਰੋਗ ਨਿਬੇੜ ਦਿਆਂਗਾ, ਭਾਵ ਨਾਸ਼ ਕਰ ਦਿਆਂਗਾ। ਪਥ ਕੋ ਰਾਖ ਔਖਦੀ ਖਾਵੋ। ਤੇ ਪਰਹੇਜ ਨੂੰ ਰੱਖ ਕਰਕੇ ਜਦੋਂ ਤੁਸੀਂ ਦਵਾਈ ਖਾਵੋਗੇ, ਹੋਏ ਅਰੋਗ ਤਨ ਤੇ ਸੁਖ ਪਾਵੋ। ਤੇ ਅਰੋਗ ਹੋ ਜਾਵੋਗੇ ਤੇ ਸਰੀਰ ਤੋਂ ਤੁਹਾਨੂੰ ਫਿਰ ਆਰਾਮ ਮਿਲ ਜਾਵੇਗਾ। ਅਸਨ ਖਾਨ ਕੀ ਰੁਚ ਉਪਜੈ ਹੈ। ਤੇ ਭੋਜਨ ਖਾਣ ਦੀ ਇੱਛਾ ਜਿਹੜੀ ਹੈ ਉਹ ਫਿਰ ਅੰਦਰ ਪੈਦਾ ਹੋਵੇਗੀ। ਨਿਰਬਲ ਦੇਹ ਬਲੀ ਪੁਨ ਹਵੈ ਹੈ। ਤੇ ਦੇਹ ਜਿਹੜੀ ਕਮਜ਼ੋਰ ਹੋ ਗਈ ਹੈ, ਇਹ ਸਰੀਰ ਫਿਰ ਬੜਾ ਬਲਵਾਨ ਹੋ ਜਾਵੇਗਾ। ਵੈਦ ਬਚਨ ਸੁਨ ਪੰਕਜ ਬਦਨਾ। ਸੱਚੇ ਪਾਤਸ਼ਾਹ ਕਮਲ ਸ਼੍ਰੀ ਕੇ ਮੁਖੜੇ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੈਦ ਜੀ ਦੇ ਇਹ ਬਚਨ ਸੁਣ ਕਰਕੇ ਤਿਹ ਪ੍ਰਤ ਬੋਲੇ ਸਭ ਸੁਖ ਸਦਨਾ। ਸਾਰੇ ਸੁੱਖਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਵੈਦ ਜੀ ਦੇ ਪ੍ਰਤੀ ਤਿਸ ਸਮੇਂ ਬੋਲੇ ਆ। ਸ੍ਰੀ ਮੁਖ ਵਾਕ। ਇਹ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਮੁਖ ਵਾਕ ਹਨ। ਵੈਦ ਜੀ ਦੇ ਹਰਦਾਸ ਜੀ ਦੇ ਪ੍ਰਥਾਏ ਮਹਾਰਾਜ ਜੀ ਨੇ ਪਵਿੱਤਰ ਸ਼ਬਦ ਤੇ ਸਮੇਂ ਉਚਾਰਨ ਕੀਤਾ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਹਜੂਰ ਫਰਮਾਉਂਦੇ ਆ, ਸ਼ਲੋਕ ਉਚਾਰਦੇ ਹਨ। ਵੈਦ ਬੁਲਾਇਆ ਵੈਦਗੀ। ਮਹਾਰਾਜ ਕਹਿੰਦੇ ਵੈਦਗੀ ਵਾਸਤੇ ਭਾਵ ਦਵਾਈ ਵਾਸਤੇ ਜਿਹੜਾ ਵੈਦ ਸੀ ਉਹ ਬੁਲਾਉਣਾ ਕੀਤਾ। ਪਕੜ ਟੰਡੋਲੇ ਬਾਹ। ਤੇ ਬਾਹ ਨੂੰ ਪਕੜ ਕਰਕੇ ਜਿਹੜੀ ਸੀ ਨਬਜ ਉਹਨੂੰ ਟੰਡੋਲਦਾ ਹੈ, ਲੱਭਦਾ ਹੈ। ਨਬਜ ਨੂੰ ਜਾਣ ਕਰਕੇ ਰੋਗ ਨੂੰ ਲੱਭਦਾ ਹੈ ਵੈਦ। ਭੋਲਾ ਵੈਦ ਨਾ ਜਾਣਈ। ਪਰ ਹੇ ਹਰਦਾਸ ਵੈਦ ਤੂੰ ਭੋਲਾ ਹੈ, ਤੂੰ ਨਹੀਂ ਜਾਣਦਾ ਹੈ। ਕਰਕ ਕਲੇਜੇ ਮਾਹੇ। ਜਿਹੜਾ ਕਰਕ ਜਿਹੜੀ ਹੈ ਨਾ ਇਸ ਪ੍ਰਕਾਰ ਖਿੱਚ ਭਾਵ ਵਾਹਿਗੁਰੂ ਦੇ ਮਿਲਣ ਦੀ ਤੜਪ, ਉਹ ਤਾਂ ਸਾਡੇ ਕਲੇਜੇ ਦੇ ਅੰਦਰ ਹੈ, ਭਾਵ ਹਿਰਦੇ ਦੇ ਅੰਦਰ ਹੈ। ਅਥਵਾ ਸਤਿਗੁਰੂ ਜੀ ਕਹਿੰਦੇ ਜਿਹੜਾ ਅੰਤਰੀਵ ਰੋਗ ਜੀਵ ਨੂੰ ਚਿੰਬੜੇ ਹੋਇਆ ਹੈ, ਵਾਹਿਗੁਰੂ ਤੋਂ ਭੁੱਲ ਕਰਕੇ ਉਹ ਤਾਂ ਜਿਹੜੇ ਹੈ ਮਨ ਦੇ ਅੰਦਰ ਹਨ। ਮਹੱਲਾ ਦੂਜਾ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅੰਗਦ ਸਾਹਿਬ ਜੀ ਦਾ
ਜਿਹੜਾ ਹੈ ਉਹ ਇਹ ਸ਼ਬਦ ਸਤਿਗੁਰੂ ਜੀ ਉਚਾਰਨ ਕਰਦੇ ਹਨ, ਨਾਲ ਪ੍ਰਕਰਨ ਦੇ ਮਿਲਦਾ। ਵੈਦਾ ਵੈਦ ਸੋ ਵੈਦ ਤੂੰ, ਕਹਿੰਦੇ ਵੈਦਾਂ ਵਿੱਚੋਂ ਮਹਾਨ ਜਿਹੜਾ ਵੱਡਾ ਸੋਹਣਾ ਵੈਦ ਹੈ ਤੂੰ। ਪਹਿਲਾ ਰੋਗ ਪਛਾਣ, ਪਰ ਪਹਿਲਾਂ ਜੇ ਰੋਗ ਦੀ ਪਛਾਣ ਕਰ ਲਵੇ ਤੇ ਵੈਦਾਂ ਵਿੱਚੋਂ ਸਿਆਣਾ ਵੈਦ ਉਹੋ ਹੀ ਹੁੰਦਾ ਹੈ। ਐਸਾ ਦਾਰੂ ਲੋੜ ਲਹੋ, ਫਿਰ ਇਹੋ ਜੀ ਦਵਾਈ ਜਿਹੜੀ ਹੈ ਉਹ ਪ੍ਰਾਪਤ ਕਰ ਲਵੋ। ਜਿਤ ਵੰਨੈ ਰੋਗਾ ਘਾਣ, ਜਦੋਂ ਫਿਰ ਸਾਰੇ ਜਿਹੜੇ ਰੋਗ ਹੈ ਉਹ ਸਾਰੇ ਹੀ ਨਾਸ਼ ਹੋ ਜਾਣ, ਕੋਈ ਰੋਗ ਰਹੇ ਹੀ ਨਾ, ਇਸ ਤਰ੍ਹਾਂ ਦੀ ਦਵਾਈ ਪ੍ਰਾਪਤ ਕਰ ਲੈਣੀ ਚਾਹੀਦੀ ਹੈ, ਜਿਹਦੇ ਕਰਕੇ ਫਿਰ ਸਾਰੇ ਹੀ ਰੋਗ ਜਿਹੜੇ ਆ ਉਹ ਨਾਸ਼ ਹੋ ਜਾਂਦੇ ਆ। ਜਿਤ ਦਾਰੂ ਰੋਗ ਉਠਿਆਹੇ, ਤੇ ਜਿਸ ਦਾਰੂ ਦਵਾਈ ਦੇ ਨਾਲ ਫਿਰ ਰੋਗ ਉੱਠਦੇ ਰਹਿੰਦੇ ਆ ਅੰਦਰ, ਤਨ ਸੁਖ ਵਸੈ ਆਏ। ਫਿਰ ਪਿੱਛੋਂ ਪੜੋ। ਜਿਤ ਦਾਰੂ ਰੋਗ ਉਠਿਆਹੇ, ਜਿਸ ਦਾਰੂ ਦਵਾਈ ਦੇ ਨਾਲ ਸਾਰੇ ਹੀ ਰੋਗ ਉੱਠ ਜਾਂਦੇ, ਸਰੀਰ ਚੋਂ ਨਾਸ਼ ਹੋ ਜਾਂਦੇ ਆ, ਤਨ ਸੁਖ ਵਸੈ ਆਏ। ਤੇ ਤਨ ਸਰੀਰ ਦੇ ਅੰਦਰ ਆਤਮਕ ਆਨੰਦ ਦਾ ਸੁਖ ਵਸ ਜਾਂਦਾ ਹੈ। ਆ ਕਰਕੇ ਰੋਗ ਗਵਾਏ ਆਪਣਾ, ਫਿਰ ਆਪਣਾ ਰੋਗ ਜਿਹੜਾ ਨਾ ਉਹ ਜੇ ਕੋਈ ਗਵਾ ਲਵੇ ਤਾਂ ਨਾਨਕ ਵੈਦ ਸਦਾਏ। ਤਾਂ ਮਹਾਰਾਜ ਕਹਿੰਦੇ ਭਾਈ ਵੈਦ ਜਿਹੜਾ ਉਹ ਸਦਾ ਸਕਦਾ, ਅਖਵਾ ਸਕਦਾ ਹੈ। ਜੇ ਕੋਈ ਆਪਣਾ ਰੋਗ ਪਹਿਲਾਂ ਗਵਾ ਲਵੇ, ਜੇ ਆਪ ਹੀ ਰੋਗੀ ਹੈ ਤਾਂ ਵੈਦ ਕਿਵੇਂ ਹੋ ਸਕਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਇਉਂ ਕਿਹਾ ਹਰਦਾਸ ਵੈਦ ਨੂੰ ਕਿ ਤੂੰ ਤਾਂ ਆਪ ਹੀ ਰੋਗੀ ਹੈ, ਸਾਡਾ ਇਲਾਜ ਕਿਵੇਂ ਕਰ ਸਕਦਾ ਹੈ। ਤੇ ਇਉਂ ਫਿਰ ਕਵੀਰਾਜ ਹੁਣ ਇਹਦਾ ਅੱਗੋਂ ਵਿਸਥਾਰ ਕਰਦੇ ਹਨ, ਜੋ ਸ਼ਬਦ ਦਾ ਜਿਹੜਾ ਹੈ ਵਿਸਥਾਰ ਖੋਲ ਕੇ ਦੱਸਦੇ ਹਨ। ਚੌਪਈ ਲੱਗਿਓ ਆਦ ਕੋ ਹਉ ਮੈਂ ਰੋਗੂ। ਸਤਿਗੁਰੂ ਜੀ ਕਹਿੰਦੇ ਨੇ ਵੈਦ ਹਰਦਾਸ ਜੀ ਆਦ ਤੋਂ ਮੁੱਢ ਤੋਂ ਹੀ ਹਉਮੈ ਦਾ ਵੱਡਾ ਰੋਗ ਜਿਹੜਾ ਨਾ ਉਹ ਜੀਵ ਦੇ ਤਾਈਂ ਲੱਗਾ ਹੋਇਆ ਏ। ਜਿਹ ਤੇ ਮਹਾ ਦੁਖੀ ਸਭ ਲੋਗੂ, ਜਿਸ ਰੋਗ ਤੋਂ ਮਹਾਨ ਦੁਖੀ ਹਨ ਸਾਰੇ ਹੀ ਲੋਗ। ਜਗ ਮਹਿ ਜਨਮ ਮਰਨ ਕੋ ਕਾਰਨ, ਜਗਤ ਦੇ ਅੰਦਰ ਇਹੀ ਜਨਮ ਤੇ ਮਰਨ ਦਾ ਕਾਰਨ ਹੈ ਹੰਕਾਰ ਹਉਮੈ। ਕਿਹ ਉਪਚਾਰ ਨਾ ਹੋਤ ਨਿਵਾਰਨ, ਤੇ ਕਿਸੇ ਵੀ ਇਲਾਜ ਨਾਲ, ਕਿਸੇ ਦਵਾਈ ਦੇ ਨਾਲ ਇਹਦਾ ਜਿਹੜਾ ਹੈ ਨਾ ਉਹ ਇਲਾਜ ਨਹੀਂ ਹੁੰਦਾ, ਆਰਾਮ ਨਹੀਂ ਕਿਸੇ ਵੀ ਦਵਾਈ ਦੇ ਨਾਲ ਜੀਵ ਨੂੰ ਆਉਂਦਾ ਹੈ। ਆਪਨ ਆਪ ਕੋ ਹੇਰੋ ਆਮੀ, ਤੇ ਆਪਣੇ ਆਪ ਨੂੰ ਤੁਸੀਂ ਵੇਖਣਾ ਕਰੋ ਹਰਦਾਸ ਵੈਦ ਜੀ ਕਿ ਤੁਸੀਂ ਤਾਂ ਆਪ ਰੋਗ ਦੇ ਸਹਿਤ ਹੋ, ਰੋਗੀ ਹੋ। ਕਰੋ ਅਵਰ ਕਾਉ ਕੈਸ ਅਨਾਮੀ, ਤੇ ਦੂਸਰੇ ਨੂੰ ਤੁਸੀਂ ਕਿਵੇਂ ਫਿਰ ਰੋਗ ਤੋਂ ਰਹਿਤ ਕਰ ਸਕਦੇ ਹੋ, ਦੂਸਰੇ ਦਾ ਰੋਗ ਜਿਹੜਾ ਉਹ ਕਿਵੇਂ ਦੂਰ ਕਰ ਸਕਦੇ ਹੋ, ਜਦੋਂ ਆਪ ਹੀ ਰੋਗ ਦੇ ਸਹਿਤ ਉਹ ਰੋਗ ਚਿੰਬੜੇ ਹੋਏ ਐ। ਫਿਰ ਵੈਦ ਕਾਹਦਾ, ਜੇ ਆਪ ਹੀ ਰੋਗੀ ਹੈ ਤਾਂ ਦੂਸਰੇ ਦਾ ਰੋਗ ਫਿਰ ਕਿਵੇਂ ਦੂਰ ਕਰ ਸਕਦੇ ਹੋ। ਜਿਸ ਭੇਖਜ ਤੇ ਹਉਮੈ ਜਾਈ, ਜਿਸ ਦਵਾਈ ਦੇ ਨਾਲ ਹਉਮੈ ਚਲੀ ਜਾਂਦੀ ਹੈ। ਅਬ ਚਲ ਸੁਖ ਵਸ ਹੈ ਤਨ ਆਈ, ਤੇ ਅਬਨਾਸੀ ਸੁਖ ਜਿਹੜਾ ਸਰੀਰ ਵਿੱਚ ਆ ਕਰਕੇ ਵਸ ਜਾਂਦਾ ਏ। ਸੋ ਉਪਚਾਰ ਕਰੇ ਜੇ ਕੋ, ਜੇ ਇਹੋ ਜਿਹਾ ਇਲਾਜ ਕੋਈ ਕਰ ਲੈਣਾ ਕਰੇ। ਨਿਜ ਰੋਜ ਖੋਏ ਵੈਦ ਭਲ ਸੋ, ਤੇ ਜੇ ਆਪਣੇ ਹੀ ਰੋਗ ਨੂੰ ਖੋ ਲਵੇ, ਨਾਸ਼ ਕਰ ਲਵੇ, ਤੇ ਸਭ ਤੋਂ ਭਲਾ ਜਿਹੜਾ ਨਾ ਉਹ ਵੈਦ ਵੈ। ਸਭ ਤੋਂ ਚੰਗਾ ਸਿਆਣਾ ਜਿਹੜਾ ਨਾ ਉਹ ਡਾਕਟਰ ਹੁੰਦਾ ਹੈ, ਜਿਹੜਾ ਆਪਣੇ ਅੰਦਰੋਂ ਇਸ ਰੋਗ ਨੂੰ ਗਵਾ ਲੈਣਾ ਕਰੇ। ਜਨਮ ਮਰਨ ਤੇ ਮੁਕਤਾ ਹੋਈ, ਫਿਰ ਉਹ ਜੰਮਣ ਮਰਨ ਤੋਂ ਮੁਕਤ ਹੋ ਜਾਂਦਾ ਏ। ਬਹੁਰ ਨਾ ਰੋਗ ਵਿਆਪੈ ਕੋਈ, ਬਹੁਰੋਂ ਨੂੰ ਫਿਰ ਕੋਈ ਵੀ ਰੋਗ ਜਿਹੜਾ ਨਾ ਉਹ ਨਹੀਂ ਵਿਆਪਦਾ। ਜਿਤ ਵੰਨਿਆ ਰੋਗਾਂ ਘਾਣ, ਸਾਰੇ ਹੀ ਰੋਗ ਜਿਹੜੇ ਫਿਰ ਨਾਸ਼ ਹੋ ਜਾਣ, ਫਿਰ ਉਹਨੂੰ ਕੋਈ ਰੋਗ ਨਹੀਂ ਹੁੰਦਾ ਹੈ। ਰੁਜ ਪਰਖਨ ਪੁਨ ਤਿਨ ਕੋ ਹਰਨੇ, ਤੇ ਜਿਹੜਾ ਹੈ ਰੋਗ ਪਰਖਣਾ, ਬਿਮਾਰੀ ਨੂੰ ਵੇਖਣਾ, ਤੇ ਇਸ ਪ੍ਰਕਾਰ ਫਿਰ ਪੜੋ। ਰੁਜ ਪਰਖਨ ਪੁਨ ਤਿਹ ਕੋ ਤਿਨ ਕੋ ਹਰਨੇ, ਫਿਰ ਉਸ ਨੂੰ ਹਰਨ ਵਾਸਤੇ, ਭਾਵ ਉਸ ਰੋਗ ਨੂੰ ਨਾਸ਼ ਕਰਨ ਵਾਸਤੇ ਪਹਿਲਾਂ ਰੋਗ ਦਾ ਪਤਾ ਹੋਣਾ ਚਾਹੀਦਾ ਨਾ ਕਿ ਰੋਗ ਕੀ ਹੈ। ਜਿਹੜਾ ਹੈ ਪਹਿਲਾਂ ਜੇ ਰੋਗ ਦਾ ਹੀ ਨਾ ਪਤਾ ਲੱਗੇ ਤਾਂ ਫਿਰ ਉਹਦਾ ਇਲਾਜ ਕੀ ਕਰਨਾ, ਉਹਦੀ ਦਵਾਈ ਕੀ ਦੇਣੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਵੀ ਕਿਹਾ ਨਾ ਕਿ ਪਹਿਲਾਂ ਰੋਗ ਦੀ ਪਛਾਣ ਕਰਨੀ ਚਾਹੀਦੀ ਹੈ। ਵੈਦਾਂ ਵਿੱਚੋਂ ਸਿਆਣਾ ਵੈਦ ਤਾਂ ਹੀ ਹੈ ਨਾ
ਕਿ ਪਹਿਲੋਂ ਜਿਹੜਾ ਹੈ ਪਹਿਲਾ ਰੋਗ ਪਛਾਣ, ਰੋਗ ਦੀ ਪਹਿਲਾਂ ਪਹਿਚਾਨ ਕਰ ਲਵੇ ਕਿ ਰੋਗ ਹੈ ਕੀ ਹੈ, ਤੇ ਇਹ ਨਾ ਹੋਵੇ ਕਿ ਰੋਗ ਕੋਈ ਹੋਰ ਹੋਵੇ ਤੇ ਦਵਾਈ ਕਿਸੇ ਹੋਰ ਹੀ ਰੋਗ ਦੀ ਦੇ ਦੇਵੇ। ਫਿਰ ਰੋਗ ਕਿਵੇਂ ਹਟ ਸਕਦਾ, ਸਗੋਂ ਕਿ ਅੰਦਰ ਹੋਰ ਵਿਗਾੜ ਪੈਦਾ ਹੋ ਸਕਦਾ ਹੈ। ਇਉਂ ਸੱਚੇ ਪਾਤਸ਼ਾਹ ਜੀ ਜਿਹੜਾ ਹੈ ਹਰਦਾਸ ਵੈਦ ਜੀ ਦੇ ਤਾਈਂ ਫਰਮਾਉਂਦੇ ਹਨ, ਇਸੇ ਪ੍ਰਕਾਰ ਹੀ ਰੁਜ ਪਰਖਨ ਪੁਨ ਤਿਨ ਕੋ ਹਰਨੇ। ਜਿਹੜਾ ਹੈ ਰੋਗ ਪਰਖਣਾ ਵੇਖਣਾ, ਫਿਰ ਉਸ ਰੋਗ ਦੇ ਤਾਈਂ ਦੂਰ ਕਰਨ ਦਾ ਜਿਹੜਾ ਯਤਨ ਕਰਨਾ। ਸੁਨਿਓ ਚਹਿਤ ਹੋ ਮਨ ਡਿਡ ਕਰਨੇ। ਤੇ ਜੇ ਤਾਂ ਆਪਣੇ ਸੁਣਨਾ ਚਾਹੁੰਦੇ ਹੋ ਹਰਦਾਸ ਵੈਦ ਜੀ, ਮਨ ਨੂੰ ਜਿਹੜਾ ਹੈ ਉਹ ਟਿਕਾ ਕਰਕੇ ਬੜੇ ਧਿਆਨ ਨਾਲ ਜੇ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਉਚਰੋ ਨਿਜ ਹਿਰਦੇ ਚਾਹੂ। ਤੇ ਜੇ ਤੁਹਾਡੇ ਹਿਰਦੇ ਵਿੱਚ ਇੱਛਾ ਹੈ ਤਾਂ ਫਿਰ ਅੱਗੋਂ ਅਸੀਂ ਉਚਾਰ ਕੇ ਕਹਿ ਕੇ ਦੱਸਦੇ ਹਾਂ। ਸਭੈ ਕਹੋ ਮੈਂ ਤੁਮਰੇ ਪਾਹੂ। ਸਾਰੇ ਰੋਗ ਤੇ ਉਹਨਾਂ ਦਾ ਇਲਾਜ ਤੁਹਾਡੇ ਪਾਸ ਅਸੀਂ ਦੱਸ ਦਿੰਦੇ ਹਾਂ। ਅਸ ਬਿਦ ਸੁਨੇ ਵੈਦ ਬਚ ਜਬ ਹੀ। ਜਦੋਂ ਇਸ ਤਰ੍ਹਾਂ ਦੇ ਬਚਨ ਸ੍ਰੀ ਗੁਰੂ ਜੀ ਦੇ ਮੁਖ ਤੋਂ ਹਰਦਾਸ ਵੈਦ ਜੀ ਨੇ ਸੁਣੇ ਹਨ, ਬਿਸਮੈ ਹੋਏ ਵਿਚਾਰਤ ਤਬ ਹੀ। ਹੈਰਾਨ ਹੋ ਕਰਕੇ ਤਦੋਂ ਮਨ ਦੇ ਅੰਦਰ ਸੋਚਣ ਲੱਗ ਪਏ, ਕੋ ਨਰ ਇਹ ਨੁਤਹਿ ਉਚਾਰੀ। ਕਿ ਕੋਈ ਮਨੁੱਖ ਤਲਵੰਡੀ ਦਾ ਮੇਰੇ ਕੋਲ ਆ ਕਰਕੇ ਇਹਨਾਂ ਦੀ ਉਸਤਤ ਕਹਿੰਦਾ ਸੀਗਾ। ਸੁਨਤ ਹੁਤੋ ਅਬ ਨੈਣ ਨਿਹਾਰੀ। ਸੁਣਦਾ ਸੀਗਾ ਮੈਂ ਇਹਨਾਂ ਦੀ ਉਸਤਤ, ਤੇ ਅੱਜ ਮਨਾਂ ਅੱਖਾਂ ਨਾਲ ਇਹਨਾਂ ਦੇ ਦਰਸ਼ਨ ਵੇਖ ਲਏ ਨੇ। ਕਲਾਵਾਨ ਇਹ ਸਤ ਅਵਤਾਰਾ। ਇਹ ਤਾਂ ਸੱਚਮੁੱਚ ਹੀ ਕੋਈ ਕਲਾਵਾਨ ਹਨ, ਸ਼ਕਤੀ ਦੇ ਸਹਿਤ ਹਨ, ਅਵਤਾਰੀ ਪੁਰਖ ਹਨ। ਬੂਝ ਲਿਓ ਮੈਂ ਹੋਏ ਨਿਸਤਾਰਾ। ਇਹ ਮਨਾ ਹਰਦਾਸ ਵੈਦ ਜੀ ਆਪਣੇ ਆਪ ਨੂੰ ਹੀ ਕਹਿੰਦੇ ਆ, ਇਹ ਮਨਾ ਪੁੱਛ ਲੈ ਤੂੰ ਸੱਚੇ ਪਾਤਸ਼ਾਹ ਤੋਂ ਰੋਗ ਤੇ ਰੋਗਾਂ ਦਾ ਇਲਾਜ, ਜਿਸ ਕਰਕੇ ਤੇਰਾ ਵੀ ਜੰਮਣ ਮਰਨ ਛੁੱਟ ਜਾਵੇ। ਇਸੇ ਪ੍ਰਕਾਰ ਹੀ ਕਲਾਵਾਨ ਇਹ ਸਤ ਅਵਤਾਰਾ। ਇਹ ਸੱਚ ਸਰੂਪ ਦਾ ਅਵਤਾਰ ਹਨ, ਕਲਾਵਾਨ ਸ਼ਕਤੀਆਂ ਦੇ ਸਹਿਤ ਹਨ। ਬੂਝ ਲਿਓ ਮੈਂ ਹੋਏ ਨਿਸਤਾਰਾ। ਤੇ ਮੇਰਾ ਵੀ ਨਿਸ ਪ੍ਰਪੰਚ ਤੋਂ ਪਾਰ ਉਤਾਰਾ ਹੋ ਜਾਵੇਗਾ। ਇਸ ਕਰਕੇ ਮਨ ਤੂੰ ਹੀ ਪੁੱਛ ਲੈਣਾ ਕਰ। ਅਸ ਵਿਚਾਰ ਕਰ ਵੈਦ ਸਿਆਣਾ। ਇਸ ਤਰ੍ਹਾਂ ਵਿਚਾਰ ਕਰਕੇ ਜਿਹੜਾ ਸੀ ਆਪਣੇ ਮਨ ਦੇ ਅੰਦਰ ਸੋਚ ਕਰਕੇ ਸਿਆਣੇ ਹਰਦਾਸ ਵੈਦ ਜੀ ਬੰਦ ਹਾਥ ਦੋ ਬਚਨ ਬਖਾਨਾ। ਦੋਵੇਂ ਹੱਥ ਜੋੜ ਕਰਕੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕਰਨ ਲੱਗੇ, ਤੁਮਰੇ ਬਚਨ ਸੁਨਨ ਅਭਿਲਾਖਾ। ਕਿ ਤੁਹਾਡੇ ਜਿਹੜੇ ਬਚਨ ਮੈਂ ਇਹਨਾਂ ਦੇ ਸੁਣਨ ਦੀ ਬੜੀ ਅਭਿਲਾਖਾ ਇੱਛਾ ਮੇਰੇ ਅੰਦਰ ਹੈ। ਵਧੀ ਮੋਹ ਮਨ ਜਿਉ ਤਰ ਸ਼ਾਖਾ। ਜਿਵੇਂ ਬ੍ਰਿਕਸ਼ ਦੀਆਂ ਸ਼ਾਖਾਵਾਂ ਵੱਧਦੀਆਂ ਨਾ ਟਾਹਣੀਆਂ, ਇਵੇਂ ਮੇਰੇ ਮਨ ਦੇ ਅੰਦਰ ਇੱਛਾ ਵਧੀ ਹੈ ਬਹੁਤ ਜ਼ਿਆਦਾ ਤੁਹਾਡੇ ਬਚਨਾਂ ਦੇ ਸੁਣਨ ਦੀ। ਕਰੁਣਾ ਕਰ ਜੋ ਸਭ ਬਿਰਤਾਂਤਾ। ਕਿਰਪਾ ਕਰੋ ਜਿਹੜਾ ਸਾਰਾ ਬਿਰਤਾਂਤ ਹੈ ਰੋਗਾਂ ਦਾ ਤੇ ਰੋਗਾਂ ਦੇ ਇਲਾਜ ਦਾ। ਕਹੋ ਆਪ ਜਿਉ ਮੁਝ ਹੋਏ ਸ਼ਾਂਤਾ। ਆਪ ਕਹੋ ਕਿਰਪਾ ਕਰੋ ਜਿਸ ਕਰਕੇ ਮੇਰਾ ਮਨ ਸ਼ਾਂਤ ਹੋ ਜਾਵੇ, ਮੇਰੇ ਵੀ ਮਨ ਨੂੰ ਠੰਡ ਪੈ ਜਾਵੇ ਪਾਪਾਂ ਤੋਂ ਵਿਸ਼ਿਆਂ ਤੋਂ। ਕਮਲ ਬਦਨ ਕਰੁਣਾ ਗੁਣ ਮੰਦਰ। ਸੱਚੇ ਪਾਤਸ਼ਾਹ ਕਮਲ ਸ਼੍ਰੀ ਕੇ ਮੁਖੜੇ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਦੇ ਘਰ ਵਿੱਚ ਆ ਗਏ। ਸੱਚੇ ਪਾਤਸ਼ਾਹ ਗੁਣਾਂ ਦੇ ਘਰ ਹਨ ਜੋ ਗਰੀਬ ਨਵਾਜ। ਬੋਲੇ ਬਚਨ ਮ੍ਰਿਦੁਲ ਬਰ ਸੁੰਦਰ। ਸੱਚੇ ਪਾਤਸ਼ਾਹ ਆਪਣੇ ਮੁਖ ਤੋਂ ਬਚਨ ਬੋਲੇ ਆ ਮ੍ਰਿਦੁਲ ਕੋਮਲ ਬਰ ਸ੍ਰੇਸ਼ਟ, ਤੇ ਬੜੇ ਹੀ ਸੁੰਦਰ ਬਚਨ ਸਤਿਗੁਰੂ ਜੀ ਆਪਣੇ ਮੁਖ ਤੋਂ ਕਹਿਣ ਲੱਗੇ। ਤਨ ਹਉ ਮੈਂ ਮਮਤਾ ਜੋ ਕਨੇਰੀ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਹਰਦਾਸ ਜੀ, ਤਨ ਸਰੀਰ ਨੂੰ ਜਿਹੜੀ ਹਉਮੈ ਲੱਗੀ ਹੋਈ ਹੈ, ਬਹੁਤ ਜ਼ਿਆਦੀ ਮਮਤਾ ਮੇਰ ਹੈ, ਕਨੇਰੀ ਬਾਹਲੀ ਜ਼ਿਆਦੀ ਮੇਰ ਹੈ ਜੀਵ ਨੂੰ ਆਪਣੇ ਸਰੀਰ ਦੀ, ਤੇ ਸਰੀਰ ਦੇ ਕਰਕੇ ਜਿਹੜੇ ਪਦਾਰਥ ਹੈ ਫਿਰ ਮਮਤਾ ਮੇਰ ਲੱਗੀ ਹੋਈ ਹੈ, ਸਰੀਰਾਂ ਦਾ ਮੋਹ ਚਿੰਬੜਿਆ ਹੋਇਆ ਬਹੁਤ ਜ਼ਿਆਦਾ। ਸਭ ਵਿਆਦਨ ਕੀ ਮੂਲ ਵਡੇਰੀ। ਤੇ ਸਾਰੀਆਂ ਹੀ ਬਿਮਾਰੀਆਂ ਦੀ ਮੂਲ ਜੜ ਹੈ ਸਭ ਤੋਂ ਵੱਡੀ ਹਉਮੈ। ਜਿਹੜੀ ਹਉਮੈ ਜਿਹੜੀ ਦੇਹ ਨੂੰ ਲੱਗੀ ਹੋਈ ਹੈ ਨਾ ਸਰੀਰ ਨੂੰ, ਮਹਾਰਾਜ ਕਹਿੰਦੇ ਸਾਰੇ ਰੋਗਾਂ ਦੀ ਇਹ ਜੜ ਹੈ ਸਭ ਤੋਂ ਵੱਡੀ। ਆਤਮ ਤਨ ਤੇ ਲਖੀਐ ਨਿਆਰੋ। ਜਿਹੜਾ ਆਤਮਾ ਹੈ ਨਾ, ਸਤਿਗੁਰੂ ਜੀ ਕਹਿੰਦੇ ਆਪਣੇ ਤਨ ਤੋਂ ਸਰੀਰ ਤੋਂ ਇਹਨੂੰ ਨਿਆਰਾ ਵੱਖਰਾ ਲਖਣਾ ਕਰੋ, ਜਾਣਨਾ ਕਰੋ,
ਤੁਹਾਡਾ ਜਿਹੜਾ ਆਤਮਾ ਹੈ ਉਹ ਸਰੀਰ ਤੋਂ ਵੱਖਰਾ ਹੈ, ਸਮਝਣਾ ਕਰੋ। ਚੇਤਨ ਜੜ ਨੀਕੇ ਨਿਰਧਾਰੋ। ਤੇ ਚੰਗੀ ਤਰ੍ਹਾਂ ਨਿਰਣਾ ਕਰੋ ਕਿ ਚੇਤਨ ਕੀ ਹੈ ਤੇ ਜੜ ਕੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹ ਜੋ ਸੰਸਾਰ ਹੈ ਨਾ, ਜਿਹਨੂੰ ਚੇਤਨ ਸਮਝਿਆ ਹੋਇਆ ਇਹ ਜੜ ਰੂਪ ਹੈ। ਇਹ ਜਿਹੜੀ ਦੇਹ ਹੈ ਜਿਹਨੂੰ ਚੇਤਨ ਸਮਝਿਆ ਹੋਇਆ ਇਹ ਜੜ ਰੂਪ ਹੈ। ਇਹਦੇ ਅੰਦਰ ਜੋ ਆਤਮਾ ਹੈ ਨਾ ਉਹ ਚੇਤਨ ਰੂਪ ਹੈ। ਜੋ ਪਰਮੇਸ਼ਰ ਹੈ ਨਾ ਉਹ ਚੇਤਨ ਰੂਪ ਹੈ। ਜਿਸ ਪਰਮੇਸ਼ਰ ਦੀ ਬਾਬਤ ਮਨ ਸਮਝਦਾ ਨਹੀਂ ਨਾ, ਅਗਿਆਤ ਹੋਇਆ, ਸਤਿਗੁਰੂ ਜੀ ਕਹਿੰਦੇ ਨੇ ਪਰਮੇਸ਼ਰ ਦੀ ਜਿਹੜੀ ਅੰਸ਼ ਹੈ ਆਤਮਾ, ਵਾਹਿਗੁਰੂ ਦਾ ਪ੍ਰਤੀਬਿੰਬ ਪੈ ਰਿਹਾ ਨਿਰੰਕਾਰ ਦਾ, ਤੇ ਇਸ ਕਰਕੇ ਇਹ ਆਤਮਾ ਜਿਹੜੀ ਹੈ ਚੇਤਨ ਰੂਪ ਹੈ। ਤੇ ਜਿਹੜੀ ਦੇਹ ਹੈ ਇਹ ਤਾਂ ਫਿਰ ਜਦੋਂ ਆਤਮਾ ਨਿਕਲ ਜਾਂਦੀ ਹੈ ਫਿਰ ਤਾਂ ਜੜ ਹੀ ਹੈ ਨਾ, ਆਤਮਾ ਕਰਕੇ ਚੇਤਨ ਹੈ ਨਾ ਇਹ ਦੇਹ। ਇਸ ਕਰਕੇ ਮਹਾਰਾਜ ਕਹਿੰਦੇ ਆਪਣੇ ਅੰਦਰ ਨਿਰਣਾ ਕਰ ਲਓ, ਚੰਗੀ ਤਰ੍ਹਾਂ ਸਮਝ ਲਓ ਕਿ ਜੜ ਕੀ ਹੈ ਤੇ ਚੇਤਨ ਕੀ ਹੈ। ਭਾਵ ਹਰਕਤ ਕਰਨ ਵਾਲੀ, ਚੱਲਣ ਫਿਰਨ ਵਾਲੀ ਕਿਹੜੀ ਚੀਜ਼ ਹੈ ਅਤੇ ਇੱਕ ਥਾਂ ਤੇ ਪੱਥਰ ਵਾਂਗ ਪਈ ਰਹਿਣ ਵਾਲੀ ਕਿਹੜੀ ਚੀਜ਼ ਹੈ। ਸਰੀਰ ਨੂੰ, ਦੇਹ ਨੂੰ ਚੇਤਨ ਨਾ ਜਾਣੋ। ਅੰਦਰ ਜਿਹੜੀ ਆਤਮਾ ਹੈ ਮਹਾਰਾਜ ਕਹਿੰਦੇ ਤਨ ਤੋਂ ਨਿਆਰਾ ਵੱਖਰਾ ਹੈ, ਉਹ ਚੇਤਨ ਰੂਪ ਹੈ। ਨਿਰਵਿਕਾਰ ਪੁਨ ਜਾਣ ਅਸੰਗਾ। ਤੇ ਆਪਣੇ ਸਰੂਪ ਨੂੰ ਤੁਸੀਂ ਨਿਰਵਿਕਾਰ ਸਮਝਣਾ ਕਰੋ। ਉਹਦੇ ਅੰਦਰ ਕੋਈ ਰੋਗ ਨਹੀਂ, ਕੋਈ ਵਿਕਾਰ ਨਹੀਂ। ਤੇ ਇਸ ਪ੍ਰਕਾਰ ਜਿਹੜਾ ਹੈ, ਫਿਰ ਪੜੋ ਦੁਬਾਰਾ, ਨਿਰਵਿਕਾਰ ਪੁਨ ਜਾਣ ਅਸੰਗਾ। ਅਸੰਗਾ ਆਪਣੇ ਆਪ ਨੂੰ ਨਿਰਲੇਪ ਸਮਝਣਾ ਕਰੋ। ਸਰੀਰ ਤੋਂ ਵੱਖਰਾ ਆਪਣੇ ਆਪ ਨੂੰ ਵੇਖਣਾ ਕਰੋ। ਦੇਹ ਨੂੰ ਆਪਣਾ ਆਪ ਨਾ ਸਮਝਣਾ ਕਰੋ। ਭ੍ਰਮ ਭੰਗੋ ਤਬ ਹੈ ਇਹ ਭੰਗਾ। ਜਦੋਂ ਭਰਮ ਨੂੰ ਭੰਨ ਲਵੋਗੇ ਨਾ ਗੁਰੂ ਜੀ ਦੇ ਉਪਦੇਸ਼ ਕਰਕੇ, ਉਦੋਂ ਮਹਾਰਾਜ ਕਹਿੰਦੇ ਫਿਰ ਸਾਰਾ ਹੀ ਇਹ ਭਰਮ ਭੱਜ ਜਾਵੇਗਾ। ਉਦੋਂ ਪਤਾ ਲੱਗ ਜਾਵੇਗਾ ਕਿ ਦੇਹ ਤਾਂ ਮੈਨੂੰ ਰਹਿਣ ਨੂੰ ਪ੍ਰਾਪਤ ਹੋਈ ਹੈ, ਮੈਂ ਦੇਹ ਨਹੀਂ ਹਾਂ। ਆਪਣੇ ਜੋਤ ਸਰੂਪ ਨੂੰ ਤੁਸੀਂ ਪਹਿਚਾਣ ਲਵੋਗੇ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਭਰਮ ਦੇ ਭੱਜਣੇ ਕਰਕੇ ਹੀ ਇਹ ਸਾਰਾ ਜਿੰਨਾ ਵੀ ਹੈ ਨਾ ਸ਼ੰਕਾ ਅੰਦੇਸ਼ਾ ਇਹ ਸਾਰਾ ਛੁੱਟ ਜਾਵੇਗਾ। ਪਰ ਗੁਣ ਪਰ ਧਨ ਪਰਨ ਪ੍ਰਸ਼ੰਸਾ। ਸੱਚੇ ਪਾਤਸ਼ਾਹ ਹੁਣ ਦੱਸਦੇ ਆ ਕਿ ਰੋਗ ਕਿਹੋ ਜਿਹੇ ਚਿੰਬੜੇ ਹੋਏ ਆ ਇਸ ਦੇਹੀ ਨੂੰ। ਮਹਾਰਾਜ ਫਰਮਾਉਂਦੇ ਹਨ, ਪਰ ਗੁਣ ਪਰ ਧਨ ਪਰਨ ਪ੍ਰਸ਼ੰਸਾ। ਪਰ ਗੁਣ ਪਰਾਏ ਦੇ ਗੁਣ ਵੇਖ ਕਰਕੇ, ਤੇ ਪਰ ਧਨ ਪਰਾਏ ਦੇ ਕੋਲ ਧਨ ਜ਼ਿਆਦਾ ਵੇਖ ਕਰਕੇ। ਤੇ ਫਿਰ ਪੜੋ, ਪਰ ਗੁਣ ਪਰ ਧਨ ਪਰਨ ਪ੍ਰਸ਼ੰਸਾ। ਤੇ ਪਰਾਏ ਦੀ ਜਿਹੜੀ ਹੈ ਉਹ ਪ੍ਰਸ਼ੰਸਾ ਵੇਖ ਕਰਕੇ, ਉਹਦਾ ਜਸ ਵੇਖ ਕਰਕੇ। ਜਰੈ ਨ ਇਹੋ ਜਰ ਲਖੋ ਨਿਸੰਸਾ। ਜਰਿਆ ਨਹੀਂ ਜਾਂਦਾ, ਬਰਦਾਸ਼ਤ ਨਹੀਂ ਹੁੰਦਾ। ਪਰਾਏ ਦੇ ਜਿਹੜੇ ਗੁਣ ਹਨ ਉਹ ਵੇਖ ਕਰਕੇ ਜੀਵ ਕੋਲੋਂ ਜਰੇ ਨਹੀਂ ਜਾਂਦੇ, ਬਰਦਾਸ਼ਤ ਨਹੀਂ ਹੁੰਦੇ। ਪਰਾਏ ਦਾ ਧਨ ਵੇਖ ਕਰਕੇ ਬਰਦਾਸ਼ਤ ਨਹੀਂ ਹੁੰਦਾ। ਤੇ ਪਰਾਏ ਦੀ ਕਿਸੇ ਦੀ ਪ੍ਰਸ਼ੰਸਾ ਹੋਵੇ, ਉਹਦਾ ਜਸ ਹੋਵੇ, ਇਹ ਵੀ ਵੇਖ ਕਰਕੇ ਜਰਿਆ ਨਹੀਂ ਜਾਂਦਾ। ਇਹ ਪੰਕਤੀ ਪੜੋ ਫਿਰ, ਜਰੈ ਨ ਇਹੋ ਜੁਰ ਲਖੋ ਨਿਸੰਸਾ। ਇਹ ਜਿਹੜਾ ਮਹਾਰਾਜ ਕਹਿੰਦੇ ਨੇ ਬੁਖਾਰ ਹੈ, ਇਹਨੂੰ ਸਮਝਣਾ ਕਰੋ। ਇਹ ਬੁਖਾਰ ਚੜਿਆ ਹੋਇਆ ਹੈ, ਨਿਸੰਸਾ ਸ਼ੰਕੇ ਤੋਂ ਰਹਿਤ। ਮਹਾਰਾਜ ਕਹਿੰਦੇ ਜਾਣਨਾ ਕਰੋ ਇਹ ਬੁਖਾਰ ਜੀਵ ਨੂੰ ਚੜਿਆ ਹੋਇਆ ਹੈ, ਬੜਾ ਭਾਰੀ ਤਾਪ ਚੜਿਆ ਹੋਇਆ ਹੈ। ਦੂਸਰੇ ਦਾ ਜਿਹੜਾ ਪ੍ਰਤਾਪ ਨਾ ਵੇਖ ਕਰਕੇ ਜਰਨਾ, ਦੂਸਰੇ ਦਾ ਧਨ ਵੇਖ ਕਰਕੇ ਨਾ ਜਰਨਾ। ਤੇ ਇਸ ਪ੍ਰਕਾਰ ਜਿਹੜਾ ਹੈ ਦੂਸਰੇ ਦੇ ਗੁਣ ਵੇਖ ਕਰਕੇ ਨਾ ਜਰਨੇ। ਸਭ ਜੀਵਨ ਸੋ ਮੈਤਰੀ ਕਰਨੀ। ਮਹਾਰਾਜ ਇਹਦੀ ਦਵਾਈ ਕੀ ਹੈ ਇਸ ਬੁਖਾਰ ਦੀ? ਇਹ ਬੁਖਾਰ ਚੜਿਆ, ਸਤਿਗੁਰੂ ਜੀ ਕਹਿੰਦੇ ਤਾਪ ਚੜਿਆ ਹੈ। ਪਰਾਏ ਦੇ ਜਿਹੜੇ ਆ ਸੁੱਖ ਨੂੰ ਵੇਖ ਕਰਕੇ ਜਿਹੜਾ ਤਪਣਾ ਹੈ ਨਾ, ਇਹ ਜਦੋਂ ਮਨ ਤਪਦਾ ਹੈ ਕਿ ਮੇਰੇ ਨਾਲੋਂ ਉਹਦੇ ਵਿੱਚ ਗੁਣ ਕਿਉਂ ਜ਼ਿਆਦਾ ਹਨ, ਇਹ ਨਹੀਂ ਵੇਖਦੇ ਕਿ ਵਾਹਿਗੁਰੂ ਦੇ ਦਿੱਤੇ ਹੋਏ ਆ ਤੇ ਸਾਨੂੰ ਵੀ ਵਾਹਿਗੁਰੂ ਤੋਂ ਹੀ ਮੰਗਣਾ ਚਾਹੀਦਾ। ਕਿਸੇ ਦੀ ਅਮੀਰੀ ਵੇਖ ਕਰਕੇ ਕਿਸੇ ਕੋਲ ਧਨ ਜ਼ਿਆਦਾ ਹੁੰਦਾ ਤੇ ਵੇਖ ਕਰਕੇ ਜੀਵ ਸੜਦੇ ਆ ਕਿ ਇਹ ਤਾਂ ਕੱਲ ਭਿਖਾਰੀ ਸੀ, ਮੰਗਦਾ ਫਿਰਦਾ ਸੀ, ਇਹਦੇ ਕੋਲ ਧਨ ਇੰਨਾ ਕਿਵੇਂ ਆ ਗਿਆ। ਇਸ ਤਰ੍ਹਾਂ ਜੇ ਕਿਸੇ ਦਾ ਜਸ ਹੋਵੇ ਬਾਹਲਾ ਕਿ ਪਹਿਲਾਂ ਕੋਈ ਜਾਣਦਾ ਨਾ ਹੋਵੇ, ਮੁੜ ਸਾਰੀ ਦੁਨੀਆ ਜਾਣਨ ਲੱਗ ਜੇ, ਇਹੋ ਜਿਹੇ ਗੁਣ ਪ੍ਰਗਟ ਹੋ ਜਾਣ ਤੇ ਫਿਰ ਤਾਂ ਵੀ ਮਨ ਵਿੱਚ ਈਰਖਾ ਕਰਦੇ ਆ। ਕੱਲ ਆ ਸੀ ਭੰਗੀ ਬਣਿਆ ਫਿਰਦਾ, ਜਾਣਦਾ ਕੋਈ ਨਹੀਂ ਸੀ, ਅੱਜ ਇਹ ਵੱਡਾ ਵਿਦਵਾਨ ਬਣਿਆ ਫਿਰਦਾ, ਬੜੇ ਲੋਕ ਜਾਣਦੇ ਹੋ।
ਜਿਹੜੀ ਆ ਈਰਖਾ ਕਰਨ ਦਾ ਮਨ ਦੇ ਅੰਦਰ ਨਾ ਇਹ ਤਾਪ ਚੜਿਆ ਹੋਇਆ, ਬੁਖਾਰ ਚੜਿਆ ਹੋਇਆ। ਤੇ ਹਰਦਾਸ ਜੀ ਜਿਹੜੇ ਰੋਗ ਮਹਾਰਾਜ ਦੱਸ ਰਹੇ ਆ, ਨਾਲ ਨਾਲ ਉਹਦਾ ਇਲਾਜ ਪੁੱਛੀ ਜਾਂਦੇ। ਮਹਾਰਾਜ ਇਸ ਬੁਖਾਰ ਦਾ ਨਿਵਰਤੀ ਇਸ ਤਾਪ ਦੀ ਕਿਵੇਂ ਹੁੰਦੀ ਹੈ? ਸ਼੍ਰੀ ਗੁਰੂ ਜੀ ਇਹਦੀ ਦਵਾਈ ਦੱਸਦੇ ਹਨ। ਸਭ ਜੀਵਨ ਸੋ ਮੈਤਰੀ ਕਰਨੀ। ਮਹਾਰਾਜ ਕਹਿੰਦੇ ਸਭ ਜੀਵਾਂ ਦੇ ਨਾਲ ਮਿੱਤਰਤਾਈ ਭਾਵ ਕਰਨੀ, ਮੈਤਰੀ ਭਾਵ ਸਭ ਦੇ ਨਾਲ ਕਰਨਾ। ਤਿਹ ਕੋ ਇਹ ਔਖਦ ਬਰ ਹਰਨੀ। ਇਹ ਮਹਾਰਾਜ ਕਹਿੰਦੇ ਬਰ ਸ੍ਰੇਸ਼ਟ ਔਸ਼ਧੀ ਦਵਾਈ ਹੈ ਇਸ ਬੁਖਾਰ ਦੇ ਤਾਪ ਦੇ ਨਾਸ਼ ਕਰਨ ਵਾਸਤੇ। ਸਭ ਦੇ ਨਾਲ ਮਿੱਤਰਤਾ ਕਰਨੀ, ਸਭ ਨਾਲ ਪਿਆਰ ਕਰਨਾ। ਜੋ ਮਿੱਤਰਨ ਸੁਖ ਲਖ ਕਰ ਸੁਖੀਆ। ਜਿਵੇਂ ਆਪਣੇ ਬਾਹਲੇ ਮਿੱਤਰ ਹਨ ਪ੍ਰੇਮੀ, ਉਹਨਾਂ ਦਾ ਸੁਖ ਜਾਣ ਕਰਕੇ ਤੇ ਫਿਰ ਸੁਖੀ ਹੋਈਦਾ ਹੈ। ਤੈਸੀ ਬ੍ਰਿਤ ਸਭਨ ਸੋ ਰਖੀਆ। ਇਹੋ ਜੀ ਬਿਰਤੀ ਸਾਰਿਆਂ ਦੇ ਨਾਲ ਹੀ ਰੱਖਣੀ ਚਾਹੀਦੀ ਹੈ। ਕਿਸੇ ਦਾ ਸੁਖ ਵੇਖ ਕਰਕੇ ਮਨ ਵਿੱਚ ਤਪਣਾ ਨਹੀਂ ਚਾਹੀਦਾ। ਮਹਾਰਾਜ ਕਹਿੰਦੇ ਜਿਵੇਂ ਆਪਣੇ ਮਿੱਤਰ ਨੂੰ ਵੇਖ ਕਰਕੇ ਸੁਖੀ ਹੋਈਦਾ ਨਾ, ਉਹਦਾ ਸੁਖ ਵੇਖ ਕੇ, ਇਉਂ ਸਾਰਿਆਂ ਦਾ ਸੁਖ ਵੇਖ ਕਰਕੇ ਸੁਖੀ ਹੋਣਾ ਚਾਹੀਦਾ ਹੈ। ਨਿਜ ਗੁਣ ਧਨ ਨਿਜ ਜਸ ਬਿਸਤੀਰਨ। ਤੇ ਆਪਣਾ ਇਸ ਪ੍ਰਕਾਰ ਨਿਜ ਆਪਣੇ ਗੁਣ ਅਤੇ ਆਪਣੇ ਧਨ ਤੋਂ ਤੇ ਆਪਣੇ ਜਸ ਦੇ ਵਿਸਥਾਰ ਕਰਨ ਤੋਂ। ਕਰਤਮਾਨ ਇਹ ਵੱਡ ਜੀਰਨ। ਮਹਾਰਾਜ ਕਹਿੰਦੇ ਜਿਹੜਾ ਕਰਦਾ ਹੈ ਮਾਣ, ਇਹ ਵੱਡਾ ਜਿਹੜਾ ਹੈ ਨਾ ਪੁਰਾਣਾ ਰੋਗ ਹੈ, ਇਹ ਬਦ ਹਜਮੀ ਦਾ ਰੋਗ ਹੈ। ਫਿਰ ਇਹ ਰੋਗ ਦੱਸਿਆ ਸੱਚੇ ਪਾਤਸ਼ਾਹ ਜੀ ਨੇ। ਫਿਰ ਪੜੋ ਨਿਜ ਗੁਣ ਧਨ ਨਿਜ ਜਸ ਬਿਸਤੀਰਨ। ਕੱਲਾ ਕੱਲਾ ਪੜੋ। ਨਿਜ ਗੁਣ ਆਪਣੇ ਅੰਦਰ ਜਿਹੜੇ ਗੁਣ ਹੋਣੇ, ਉਹਨਾਂ ਦਾ ਮਾਣ ਕਰੀ ਜਾਣਾ ਬਹੁਤ ਜ਼ਿਆਦਾ ਇਸ ਪ੍ਰਕਾਰ। ਤੇ ਉਹ ਫਿਰ ਜਦੋਂ ਗੁਣ ਅੰਦਰੋਂ ਪ੍ਰਗਟ ਕਰ ਕਰਕੇ ਕਿਸੇ ਨੂੰ ਦੱਸਣੇ, ਉਹ ਗੁਣ ਵੀ ਜਿਹੜੇ ਫਿਰ ਔਗਣਾ ਵਰਗੇ ਹੀ ਹੋ ਜਾਂਦੇ ਆ। ਆਪਣੇ ਗੁਣਾਂ ਨੂੰ ਬੋਲ ਬੋਲ ਕਰਕੇ ਜਿਹੜਾ ਦੱਸਣਾ ਹੈ। ਤੇ ਇਸ ਪ੍ਰਕਾਰ ਇਹ ਨਿਜ ਗੁਣ ਧਨ। ਤੇ ਆਪਣੇ ਧਨ ਬਾਰੇ ਜਿਹੜਾ ਹੈ ਦੱਸਣਾ, ਹੰਕਾਰ ਕਰਨਾ ਕਿ ਅਸੀਂ ਬੜੇ ਅਮੀਰ ਆ, ਬੜੇ ਧਨਵਾਨ ਆ। ਤੇ ਇਸ ਪ੍ਰਕਾਰ ਧਨ ਤੋਂ ਪੈਦਾ ਹੋਏ ਸਾਰੇ ਜਿਹੜੇ ਅੱਗੇ ਪਦਾਰਥ ਹੈ, ਉਹਨਾਂ ਦਾ ਮਾਣ ਕਰ ਕਰਕੇ ਦੱਸਣਾ। ਨਿਜ ਜਸ ਬਿਸਤੀਰਨ। ਤੇ ਆਪਣੇ ਜਸ ਦਾ ਆਪੇ ਹੀ ਵਿਸਥਾਰ ਕਰੀ ਜਾਣਾ ਕਿ ਅਸੀਂ ਬੜੇ ਮਹਾਨ ਹੁੰਨੇ ਹਾਂ। ਕਰਤਮਾਨ ਇਹ ਹੈ ਵੱਡ ਜੀਰਨ। ਇਹ ਕਰਨਾ ਇਹਨਾਂ ਚੀਜ਼ਾਂ ਦਾ ਮਾਣ ਹੰਕਾਰ, ਮਹਾਰਾਜ ਕਹਿੰਦੇ ਵੱਡਾ ਜੀਰਨ ਪੁਰਾਣਾ ਰੋਗ ਹੈ, ਬਦ ਹਜਮੀ ਦਾ ਰੋਗ ਹੈ। ਜਿਵੇਂ ਬਦ ਹਜਮੀ ਹੋ ਜਾਂਦੀ, ਕੋਈ ਚੀਜ਼ ਨਾ ਪਚੇ। ਲੱਖ ਕਰ ਸਭ ਹਰ ਕੀ ਵਡਿਆਈ। ਮਹਾਰਾਜ ਦੀ ਦਵਾਈ ਕੀ ਹੈ? ਸਤਿਗੁਰੂ ਜੀ ਕਹਿੰਦੇ ਹੈ ਕਿਉਂਕਿ ਜਦੋਂ ਬਦ ਹਜਮੀ ਹੋ ਜਾਂਦੀ ਹੈ ਨਾ, ਤੇ ਕੋਈ ਵੀ ਚੀਜ਼ ਜੀਵ ਕੋਲ ਖਾਧੀ ਨਹੀਂ ਜਾਂਦੀ। ਇਹ ਬਦ ਹਜਮੀ ਹੋਈ ਹੋਵੇ ਨਾ, ਤਾਂ ਕੋਈ ਵੀ ਉਪਦੇਸ਼ ਦਾ ਜਿਹੜਾ ਹੈ ਨਾ, ਉਹ ਜਿਹੜਾ ਹੈ ਉਪਦੇਸ਼ ਉਹ ਧਾਰਨ ਨਹੀਂ ਕੀਤਾ ਜਾਂਦਾ। ਕੋਈ ਵੀ ਉਪਦੇਸ਼ ਸੁਣਿਆ ਹੀ ਨਹੀਂ ਜਾਂਦਾ, ਕਿਉਂਕਿ ਬਦ ਹਜਮੀ ਹੋਈ ਪਈ ਹੈ। ਤੇ ਉਪਦੇਸ਼ ਰੂਪੀ ਭੋਜਨ ਕਿਵੇਂ ਫਿਰ ਖਾਧਾ ਜਾਵੇ? ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਇਹਦੀ ਦਵਾਈ ਦੱਸਦੇ ਆ, ਗਰੀਬ ਨਵਾਜ। ਲੱਖ ਕਰ ਸਭ ਹਰ ਕੀ ਵਡਿਆਈ। ਮਹਾਰਾਜ ਕਹਿੰਦੇ ਹਰਦਾਸ ਜੀ ਲੱਖ ਕਰਕੇ ਜਾਣ ਕਰਕੇ ਕਿ ਸਾਰੇ ਇਹ ਮੇਰੇ ਵਾਹਿਗੁਰੂ ਦੀ ਵਡਿਆਈ ਹੈ ਦਿੱਤੀ ਹੋਈ। ਇਉਂ ਸਮਝੇ ਕਿ ਜਿਹੜਾ ਧਨ ਦਿੱਤਾ ਇਹ ਵੀ ਤਾਂ ਵਾਹਿਗੁਰੂ ਨੇ ਆਪ ਹੀ ਤਰਸ ਕਰਕੇ ਦਿੱਤਾ ਹੈ ਨਾ। ਜੇ ਨਾ ਦਿੰਦਾ ਤੇ ਕੀ ਕਰ ਲੈਣਾ ਸੀ? ਜਿਹੜਾ ਇਸ ਪ੍ਰਕਾਰ ਤੈਨੂੰ ਸ਼ੁਭ ਗੁਣ ਦਿੱਤੇ ਐ, ਤੇ ਜੇ ਵਾਹਿਗੁਰੂ ਨਾ ਦਿੰਦਾ ਤਾਂ ਕੀ ਕਰ ਸਕਦਾ ਸੀਗਾ? ਇਸ ਪ੍ਰਕਾਰ ਜਿਹੜਾ ਤੈਨੂੰ ਇੰਨਾ ਜਸ ਦਿੱਤਾ ਹੈ, ਇਹ ਵਾਹਿਗੁਰੂ ਨੇ ਦਿੱਤਾ, ਇਹਦੇ ਨਾ ਦਿੰਦਾ ਤੇ ਫਿਰ ਕੀ ਕਰ ਸਕਦਾ ਸਾਂ? ਸਾਰੀ ਵਾਹਿਗੁਰੂ ਦੀ ਵਡਿਆਈ ਜਿਹੜੀ ਆ ਉਹ ਲਖਣਾ ਚਾਹੀਦੀ ਆ, ਜਾਣਨੀ ਚਾਹੀਦੀ ਆ। ਹਿਰਦੇ ਗਰੀਬੀ ਚੂਰਨ ਖਾਈ। ਤੇ ਹਿਰਦੇ ਵਿੱਚ ਗਰੀਬੀ ਨਿਮਰਤਾ ਧਾਰਨ ਕਰਕੇ ਰੱਖਣੀ, ਇਹ ਚੂਰਨ ਮਹਾਰਾਜ ਕਹਿੰਦੇ ਖਾਣਾ ਚਾਹੀਦਾ। ਜਦੋਂ ਇਹ ਬਦ ਹਜਮੀ ਹੋਈ ਹੋਵੇ ਨਾ ਇਹ ਵਾਲੀ, ਤੇ ਫਿਰ ਮਹਾਰਾਜ ਕਹਿੰਦੇ ਹਿਰਦੇ ਵਿੱਚ ਗਰੀਬੀ ਧਾਰਨ ਕਰਨੀ ਚਾਹੀਦੀ ਹੈ, ਨਿਮਰਤਾ ਧਾਰਨ ਕਰਨੀ ਚਾਹੀਦੀ ਹੈ। ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸ਼ਾਰੀ, ਤਿਸ ਆਗਾ ਕੋ ਨਾ ਟਿਕੈ ਵਿਕਾਰੀ। ਇਹ ਸੱਚੇ ਪਾਤਸ਼ਾਹ ਨੇ ਭਾਵੇਂ ਉੱਥੇ ਸ਼ਸਤਰ ਰੂਪ ਵਿੱਚ ਵੀ ਕਹੇ ਹੈ, ਇੱਥੇ ਮਹਾਰਾਜ ਕਹਿੰਦੇ ਇਹ ਚੂਰਨ ਹੈ।
ਨਿਮਰਤਾ ਦਾ ਇਹ ਖਾਣਾ ਚਾਹੀਦਾ ਏ। ਹਰ ਸਿਮਰਨ ਰੁਚ ਸੋ ਲਿਵ ਲਾਗੀ। ਫਿਰ ਅੰਦਰ ਜਿਹੜੀ ਹੈ ਹਰੀ ਦੇ ਸਿਮਰਨ ਦੇ ਭੋਜਨ ਦੀ ਜਿਹੜੀ ਹੈ ਨਾ ਇੱਛਾ ਦੇ ਸਹਿਤ ਲਿਵ ਲੱਗ ਜਾਂਦੀ ਹੈ। ਲਖੇ ਅਰਜ ਇਹ ਭੂਖ ਸੋ ਜਾਗੀ। ਮਹਾਰਾਜ ਕਹਿੰਦੇ ਜਦੋਂ ਆਪਣੇ ਆਪ ਨੂੰ ਲਖੇ ਨਾ ਫਿਰ ਕੇ ਰੋਗ ਤੋਂ ਰਹਿਤ ਹੋ ਗਿਆ, ਭਾਵ ਅਰੋਗ ਹੋ ਗਿਆ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹ ਭੁੱਖ ਦਾ ਜਾਗਣਾ ਹੈ ਅੰਦਰ। ਜਦੋਂ ਪੂਰੇ ਗੁਰੂ ਜੀ ਦੇ ਸ਼ਬਦ ਨੂੰ ਸੁਣਨ ਦੀ ਇੱਛਾ ਜਾਗ ਪਵੇ ਤੇ ਜਿਵੇਂ ਮਹਾਰਾਜ ਨੇ ਕਿਹਾ ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਫਿਰ ਸਾਰੇ ਦੁੱਖ ਰੋਗ ਜਿਹੜੇ ਐ ਉਹ ਨਾਸ਼ ਹੋ ਜਾਂਦੇ ਐ। ਇਹ ਮਹਾਰਾਜ ਕਹਿੰਦੇ ਭੁੱਖ ਦਾ ਲੱਗਣਾ ਹੈ। ਜਦੋਂ ਇੱਛਾ ਜਾਗਣੀ ਹੈ, ਬਹੁਤ ਚਾਹ ਜਾਗਣੀ ਹੈ ਸਿਮਰਨ ਦੇ ਕਰਨ ਦੀ, ਲਿਵ ਲੱਗ ਜਾਵੇ ਜਦੋਂ, ਇਹ ਸਤਿਗੁਰੂ ਜੀ ਕਹਿੰਦੇ ਅੰਦਰ ਭੁੱਖ ਜਾਗ ਪੈਣੀ ਹੈ। ਵਿਸ਼ੈ ਬਾਸ਼ਨਾ ਤ੍ਰਿਸ਼ਨਾ ਖਾਂਸੀ। ਤੇ ਜਿਹੜੀ ਵਿਸ਼ਿਆਂ ਦੀ ਵਾਸਨਾ ਹੈ ਤੇ ਤ੍ਰਿਸ਼ਨਾ ਹੈ, ਇਹ ਮਹਾਰਾਜ ਕਹਿੰਦੇ ਖੰਘ ਲੱਗੀ ਹੋਈ ਹੈ ਜੀਵ ਨੂੰ। ਦਿਨ ਪ੍ਰਤ ਬਰਦਤ ਕਬ ਨਾ ਬਿਨਾਸੀ। ਇਹ ਦਿਨ ਪ੍ਰਤੀ ਵੱਧਦੀ ਜਾਂਦੀ ਹੈ, ਕਦੇ ਨਾਸ਼ ਹੁੰਦੀ ਨਹੀਂ। ਜਦੋਂ ਖੰਘ ਲੱਗ ਜਾਂਦੀ ਹੈ ਨਾ, ਤੇ ਖੰਘ ਜਿਹੜੀ ਉਹ ਜੇ ਇਲਾਜ ਨਾ ਕਰੇ, ਦਵਾਈ ਨਾ ਉਹਦੀ ਲਵੇ, ਤੇ ਖੰਘ ਜਿਹੜੀ ਆ ਇੱਕ ਤੋਂ ਦੂਸਰੇ ਨੂੰ, ਦੂਸਰੇ ਤੋਂ ਤੀਸਰੇ ਨੂੰ, ਤੇ ਫਿਰ ਇਹ ਖੰਘ ਇਹੋ ਜਿਹੀ ਵਿਗੜਦੀ ਹੈ। ਉਹ ਜਿਹਨੂੰ ਕਾਲੀ ਖੰਘ ਕਹਿੰਦੇ ਆ, ਕੋਈ ਕੁੱਤਾ ਖੰਘ ਵੀ ਕਹਿੰਦੇ ਆ, ਇਹੋ ਜਿਹੀ ਖੰਘ ਲੱਗਦੀ, ਫਿਰ ਇਹ ਖੰਘ ਹਟਦੀ ਨਹੀਂ। ਮਹਾਰਾਜ ਕਹਿੰਦੇ ਖੰਘ ਅਸਲ ਵਿੱਚ ਕੀ ਹੈ? ਵਿਸ਼ਿਆਂ ਦੀ ਵਾਸ਼ਨਾ। ਇਹ ਜਿਵੇਂ ਜਿਵੇਂ ਵਿਸ਼ਿਆਂ ਦੀ ਵਾਸ਼ਨਾ ਦਾ ਉਪਚਾਰ ਨਾ ਕਰੇ, ਜੇ ਸਤ ਸੰਗਤ ਨਾ ਕਰੇ, ਭਜਨ ਨਾ ਕਰੇ, ਬਾਣੀ ਨਾ ਪੜ੍ਹੇ, ਤੇ ਫਿਰ ਕੀ ਹੈ? ਵਿਸ਼ਿਆਂ ਦੀਆਂ ਵਾਸ਼ਨਾਵਾਂ ਵੱਧਦੀਆਂ ਹੀ ਜਾਂਦੀਆਂ, ਵੱਧਦੀਆਂ ਹੀ ਜਾਂਦੀਆਂ। ਇਹਨਾਂ ਦਾ ਕਿਹੜਾ ਕੋਈ ਅੰਤ ਹੈ? ਇਹ ਤਾਂ ਫਿਰ ਵੱਧਦੀਆਂ ਹੀ ਜਾਂਦੀਆਂ ਤੇ ਜੀਵ ਦਾ ਜਿਹੜਾ ਨਾ ਆਤਮਿਕ ਸਰੂਪ ਉਹਨੂੰ ਨਸ਼ਟ ਕਰ ਦਿੰਦੀਆਂ। ਫਿਰ ਜਿਹੜਾ ਹੈ ਉਹਨੂੰ ਆਤਮਾ ਦੇ ਸਰੂਪ ਤੱਕ ਪਹੁੰਚਣ ਨਹੀਂ ਦਿੰਦੀਆਂ। ਸਰੀਰ ਜਿਹੜਾ ਹੈ ਪ੍ਰਤੱਖ ਤੌਰ ਤੇ ਜਿਵੇਂ ਖੰਘ ਨਾਸ਼ ਕਰ ਦਿੰਦੀ ਹੈ, ਇਵੇਂ ਹੀ ਇਹ ਵਿਸ਼ਿਆਂ ਦੀ ਵਾਸ਼ਨਾ ਤੇ ਜਿਹੜੀ ਪਦਾਰਥਾਂ ਦੀ ਤ੍ਰਿਸ਼ਨਾ ਹੈ, ਇਹ ਖੰਘ ਦੀ ਤਰ੍ਹਾਂ ਹੈ, ਜੀਵ ਨੂੰ ਨਾਸ਼ ਕਰ ਦਿੰਦੀ ਹੈ। ਮਿਥਿਆ ਸਭੇ ਪਦਾਰਥ ਜਾਨੀ। ਮਹਾਰਾਜ ਇਹਦਾ ਇਸ ਖੰਘ ਦਾ ਸਤਿਗੁਰੂ ਜੀ ਕਿਰਪਾ ਕਰਕੇ ਦੱਸੋ, ਇਹਦਾ ਰੋਗ ਦਾ ਇਲਾਜ ਕੀ ਹੈ? ਤੇ ਸ੍ਰੀ ਗੁਰੂ ਜੀ ਇਸ ਦਾ ਇਲਾਜ ਦੱਸਦੇ ਆ। ਮਿਥਿਆ ਸਭੇ ਪਦਾਰਥ ਜਾਨੀ। ਜਿਹੜਾ ਸਾਰੇ ਪਦਾਰਥਾਂ ਨੂੰ ਮਿਥਿਆ ਝੂਠ ਜਾਣਨਾ ਹੈ। ਇਹ ਚਟਨੀ ਤਿਹ ਕਰਹੀ ਹਾਨੀ। ਮਹਾਰਾਜ ਕਹਿੰਦੇ ਇਹ ਚਟਨੀ ਬਣਾ ਕਰਕੇ ਇਹ ਰੋਗ ਨੂੰ, ਖੰਘ ਨੂੰ ਹਾਨੀ ਨਾਸ਼ ਕਰਦੀ ਹੈ। ਇਹ ਇਸ ਖੰਘ ਦਾ, ਵਿਸ਼ਿਆਂ ਦੀ ਵਾਸ਼ਨਾ ਦਾ ਖੰਘ ਦਾ ਤੇ ਤ੍ਰਿਸ਼ਨਾ ਰੂਪੀ ਖੰਘ ਦਾ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਸ਼ ਕਰਦੀ ਹੈ। ਕਿਹੜੀ ਦਵਾਈ ਹੈ? ਸੱਚੇ ਪਾਤਸ਼ਾਹ ਜੀ ਦੱਸਦੇ ਆ, ਫਿਰ ਪੜੋ। ਮਿਥਿਆ ਸਭੇ ਪਦਾਰਥ ਜਾਨੀ। ਸਾਰੇ ਪਦਾਰਥਾਂ ਨੂੰ ਜਿਹੜਾ ਮਿਥਿਆ ਜਾਣਨਾ ਹੈ। ਇਹ ਚਟਨੀ ਤਿਹ ਕਰਹੀ ਹਾਨੀ। ਇਹ ਚਟਣੀ ਬਣਾ ਲਵੇ ਤੇ ਮਹਾਰਾਜ ਕਹਿੰਦੇ ਇਸ ਰੋਗ ਨੂੰ, ਖੰਘ ਨੂੰ ਨਾਸ਼ ਕਰ ਦਿੰਦੀ ਹੈ, ਵਿਸ਼ਿਆਂ ਦੀ ਵਾਸ਼ਨਾ ਤੇ ਤ੍ਰਿਸ਼ਨਾ ਰੂਪੀ ਖੰਘ ਨੂੰ। ਕਾਮ ਕ੍ਰੋਧ ਅਰ ਮੋਹ ਤ੍ਰੇ ਦੋਖੂ। ਜਿਹੜੇ ਤੇਰੇ ਦੋਸ਼ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਜਿਵੇਂ ਜਿਹੜੇ ਹੈ ਵਾਏ, ਪਿੱਤ, ਕਫ ਆਦਿਕ ਜਿਹੜੇ 3 ਦੋਸ਼ ਮੰਨੇ ਜਾਂਦੇ ਆ। ਮਹਾਰਾਜ ਕਹਿੰਦੇ ਇਹ 3 ਦੋਸ਼ ਹਨ ਮਨ ਦੇ ਅੰਦਰ। ਕਿਹੜੇ? ਫਿਰ ਪੜੋ। ਕਾਮ ਕ੍ਰੋਧ ਅਰ ਮੋਹ ਤ੍ਰੇ ਦੋਖੂ। ਕਾਮ, ਕ੍ਰੋਧ ਅਤੇ ਮੋਹ, ਇਹ ਮਹਾਰਾਜ ਕਹਿੰਦੇ 3 ਦੋਸ਼ ਹਨ ਜਿਹੜੇ ਜਿਨ ਸਭ ਜੀਵਨ ਕੀ ਸੁਧ ਸੋਖੂ। ਜਿਨ੍ਹਾਂ ਨੇ ਸਾਰਿਆਂ ਜੀਵਾਂ ਦੀ ਜਿਹੜੀ ਸੁਧ ਹੈ ਨਾ, ਸੁਰਤ, ਉਹ ਸਾਰੀ ਸੋਖ ਹੀ ਲਈ ਹੈ, ਸੁਕਾ ਹੀ ਦਿੱਤੀ ਹੈ, ਸੁਧ ਦੀ ਭੁਲਾ ਛੱਡੀ ਹੈ। ਜਿਨ੍ਹਾਂ ਨੂੰ ਕਾਮ ਸਿਰ ਹੀ ਨਹੀਂ ਚੁੱਕਣ ਦਿੰਦਾ, ਉਹ ਕਿਵੇਂ ਭਲੇ ਦਾ ਕੋਈ ਉਪਕਾਰ ਦਾ ਕੰਮ ਸੋਚ ਸਕਦੇ? ਜਦੋਂ ਬਾਰ-ਬਾਰ ਵਾਸ਼ਨਾ ਦੇ ਫੁਰਨੇ ਆਉਂਦੇ ਆ ਨਾ, ਕਾਮ ਉਹਨਾਂ ਨੂੰ ਸਿਰ ਹੀ ਨਹੀਂ ਉਠਾਉਣ ਦਿੰਦਾ, ਤਾਂ ਹਰ ਵੇਲੇ ਗੰਦੇ ਫੁਰਨੇ ਫੁਰੀ ਜਾਂਦੇ। ਤੇ ਜਿਹੜਾ ਕ੍ਰੋਧ ਹੈ ਉਹ ਚੇਤੇ ਕਰ ਕਰਕੇ, ਜਿਹੜਾ ਭਾਵੇਂ ਕਿਸੇ ਨੂੰ ਸਜ਼ਾ ਦੇਣ ਜੋਗਾ ਬਲ ਨਾ ਹੀ ਹੋਵੇ, ਪਰ ਚੇਤੇ ਕਰ ਕਰਕੇ ਗੁੱਸਾ ਕਰੀ ਜਾਣਾ, ਕ੍ਰੋਧ ਕਰੀ ਜਾਣਾ, ਬਾਹਲਾ ਕ੍ਰੋਧ ਕਰ ਕਰਕੇ ਆਪਣੇ ਸਰੀਰ ਨੂੰ ਸਾੜੀ ਜਾਂਦੇ ਆ। ਤੇ ਇਸ ਪ੍ਰਕਾਰ ਜਿਹੜਾ ਮੋਹ ਹੈ, ਜਿਹੜਾ ਅਕਾਰਣੀ, ਜਿਹੜਾ ਇਸ ਪ੍ਰਕਾਰ ਰਾਗ ਕਰੀ ਜਾਣਾ, ਬਿਨਾਂ ਕਾਰਨ ਤੋਂ ਮੋਹ ਕਰੀ ਜਾਣਾ, ਇਸ ਪ੍ਰਕਾਰ ਇਹ ਜਿਹੜੇ ਆ ਨਾ ਸਰੀਰ ਨੂੰ ਜਿਹੜਾ ਨਾਸ਼ ਕਰਦੇ ਆ, ਭਾਵ ਕਿ ਬੁੱਧ ਨੂੰ ਹੀ ਸੁਕਾ ਛੱਡਦੇ ਆ।
ਬੁੱਧੀ ਨਾਸ਼ ਕਰ ਦਿੰਦੇ ਹਨ। ਸਤਿਗੁਰ ਬਚਨ ਤਬੇ ਸੁਰ ਪੂਰੀ। ਫਿਰ ਇਸ ਪ੍ਰਕਾਰ ਜਿਹੜਾ ਹੈ ਇਹਦੀ ਦਵਾਈ ਕਿਹੜੀ ਹੈ ਮਹਾਰਾਜ ਆਪ ਕਿਰਪਾ ਕਰਕੇ ਦੱਸੋ। ਜੇ ਇਹ ਬੁੱਧੀ ਹੀ ਭ੍ਰਸ਼ਟ ਕਰ ਛੱਡਦੇ ਆ, ਅਕਲੀ ਮਾਰ ਛੱਡਦੇ ਆ, ਸੁਰਤੀ ਨਹੀਂ ਚੱਕਣ ਦਿੰਦੇ, ਤਾਂ ਮਹਾਰਾਜ ਕਿਰਪਾ ਕਰੋ ਇਹਦੀ ਦਵਾਈ ਦੱਸੋ। ਮਹਾਰਾਜ ਇਹ ਤਾਂ ਬੜੇ ਪ੍ਰਬਲ ਰੋਗ ਵਾ। ਹਰਦਾਸ ਜੀ ਪੁੱਛਦੇ ਆ ਤਾਂ ਮਹਾਰਾਜ ਦਵਾਈ ਦੱਸਦੇ ਹਨ। ਇਸ ਕਾਮ, ਕ੍ਰੋਧ ਅਤੇ ਮੋਹ ਦੀ ਸੱਚੇ ਪਾਤਸ਼ਾਹ ਜੀ ਤਿੰਨਾਂ ਦੋਸ਼ਾਂ ਨੂੰ ਨਾਸ਼ ਕਰਨ ਦੀ ਦਵਾਈ ਦੱਸਦੇ ਆ, ਜਿਨ੍ਹਾਂ ਕਰਕੇ ਜੀਵ ਦੀ ਸੁਰਤੀ ਭੁੱਲੀ ਰਹਿੰਦੀ ਹੈ। ਸਤਿਗੁਰ ਬਚਨ ਤੰਬੇ ਸੁਰ ਪੂਰੀ। ਤਾਂਬੇ ਦੀ ਮਾਰੀ ਹੋਈ ਜਿਹੜੀ ਬੂਟੀ ਹੈ ਨਾ, ਉਹ ਤਿੰਨਾਂ ਦੋਸ਼ਾਂ ਨੂੰ ਜਿਵੇਂ ਨਾਸ਼ ਕਰਦੀ ਹੈ। ਮਹਾਰਾਜ ਕਹਿੰਦੇ ਜਿਹੜੇ ਪੂਰੇ ਸਤਿਗੁਰੂ ਜੀ ਦੇ ਬਚਨ ਹਨ ਨਾ, ਇਹ ਗਰੀਬ ਨਵਾਜ ਕਹਿੰਦੇ ਤਾਂਬੇ ਦੀ ਮਾਰੀ ਹੋਈ ਬੂਟੀ ਹੈ, ਪੁੜੀ ਹੈ। ਨਿਤ ਸੇਵਹਿ ਤਿਹ ਸੋ ਹੋਏ ਦੂਰੀ। ਜੇ ਸਤਿਗੁਰੂ ਜੀ ਨੂੰ ਭਾਵਨਾ ਨਾਲ ਨਿਤਾ ਪ੍ਰਤੀ ਸੇਵੇ ਨਾ, ਮਹਾਰਾਜ ਦਾ ਸੇਵਨ ਕਰੇ, ਗੁਰੂ ਜੀ ਦੀ ਭਾਵਨਾ ਸ਼ਰਧਾ ਨਾਲ ਸੇਵਾ ਕਰੇ, ਫਿਰ ਇਹ ਕਾਮ, ਕ੍ਰੋਧ, ਮੋਹ ਜਿਹੜੇ ਆ ਦੂਰ ਹੋ ਜਾਂਦੇ ਆ, ਨਾਸ਼ ਹੋ ਜਾਂਦੇ ਆ। ਬਮਨ ਰੋਗ ਕਰਹੀ ਪਰ ਨਿੰਦਾ। ਜਿਹੜਾ ਮਹਾਰਾਜ ਕਹਿੰਦੇ ਹੁਣ ਇਹਦਾ ਇਲਾਜ ਦੱਸ ਕੇ ਸਤਿਗੁਰੂ ਜੀ ਜਿਹੜਾ ਹੈ ਹੁਣ ਹੋਰ ਰੋਗ ਦੱਸਦੇ ਆ। ਗਰੀਬ ਨਵਾਜ ਕਹਿੰਦੇ ਜਿਹੜੇ ਪਰਾਏ ਦੀ ਨਿੰਦਾ ਕਰਨੀ ਹੈ ਨਾ, ਪਰਾਏ ਦੀ ਨਿੰਦਾ ਕਰਨ ਰੂਪੀ ਜੀਵ ਨੂੰ ਉਲਟੀਆਂ ਦੀ ਬਿਮਾਰੀ ਲੱਗੀ ਹੋਈ ਹੈ। ਜਿਹੜੀ ਉਲਟੀ ਜਦੋਂ ਕਰਦਾ ਜੀਵ, ਉਹਦਾ ਸਾਰਾ ਅੰਦਰ ਹੀ ਖਿੱਚਿਆ ਜਾਂਦਾ, ਬਹੁਤ ਬੁਰੀ ਹਾਲਤ ਹੁੰਦੀ ਹੈ। ਤੇ ਜਿਹਨੂੰ ਨਿੰਦਾ ਕਰਨ ਦਾ ਸਵਾਦ ਤੇ ਝੱਸ ਪਿਆ ਹੋਵੇ, ਉਹ ਫਿਰ ਰਹਿੰਦਾ ਨਹੀਂ। ਕਦੇ ਕਿਸੇ ਕੋਲ ਜਾ ਕੇ ਉਲਟੀ ਕਰਦਾ, ਕਦੇ ਕਿਸੇ ਕੋਲ ਜਾ ਕੇ ਉਲਟੀ ਕਰਦਾ ਹੈ। ਤੇ ਜਿਹੜੀ ਸਰੀਰ ਦੇ ਅੰਦਰ ਖਾਧਾ ਹੋਇਆ ਪਦਾਰਥ ਪਚਦਾ ਨਹੀਂ, ਤੇ ਉਹ ਫਿਰ ਉਲਟੀ ਦੇ ਰੂਪ ਵਿੱਚ ਬਾਹਰ ਆ ਜਾਂਦਾ ਨਾ, ਤੇ ਉਹ ਫਿਰ ਕਿੰਨਾ ਭੜਾਸ ਮਾਰਦਾ, ਕਿੰਨੀ ਬਦਬੂ ਵਾਲਾ ਉਹ ਜਿਹੜਾ ਹੁੰਦਾ ਹੈ ਤੇਜ਼ਾਬ ਆਦਿਕ। ਇਸੇ ਤਰ੍ਹਾਂ ਕਿਸੇ ਦੀ ਜਿਹੜੀ ਨਿੰਦਾ ਕਰਨੀ ਹੈ ਨਾ, ਉਹ ਬਦਬੂ ਦਾ ਹੀ ਕਾਰਨ ਹੁੰਦੀ ਹੈ। ਉਹ ਤੇਜ਼ਾਬ ਵਰਗੀ ਭੜਾਸ ਹੀ ਮਾਰਦੀ ਹੈ। ਸੁਣਨ ਵਾਲਾ ਵੀ ਜਿਹੜਾ ਹੈ ਭਾਵੇਂ ਉਹ ਝੱਸ ਪਿਆ ਹੁੰਦਾ, ਸਵਾਦ ਪਿਆ ਹੁੰਦਾ, ਪਰ ਉਹਦੇ ਨਾਲ ਸੁੱਖ ਨਹੀਂ ਮਿਲਦਾ। ਨਾ ਕਰਨ ਵਾਲੇ ਨੂੰ ਸੁੱਖ ਮਿਲਦਾ, ਨਾ ਸੁਣਨ ਵਾਲੇ ਨੂੰ ਸੁੱਖ ਮਿਲਦਾ। ਘੜੀ ਪਲ ਦਾ ਉਹ ਚਸਕਾ ਹੀ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਉਲਟੀ ਜਿਵੇਂ ਆਪਣੇ ਵਸ ਨਹੀਂ ਨਾ ਹੁੰਦੀ, ਰੋਕੀ ਨਹੀਂ ਜਾਂਦੀ, ਰੋਕਣਾ ਚਾਹੇ ਤਾਂ ਵੀ ਨਹੀਂ ਰੁਕਦੀ। ਜਿਹਨੂੰ ਇਹ ਨਿੰਦਾ ਕਰਨ ਦੀ ਉਲਟੀ ਲੱਗੀ ਆ ਨਾ, ਉਹ ਚਾਹੇ ਵੀ ਨਾ ਸੋਚੇ ਵੀ ਮੈਂ ਕਿੰਨਾ ਨਿੰਦਾ ਨਹੀਂ ਕਰਨੀ, ਪਰ ਫਿਰ ਵੀ ਉਹਨੂੰ ਉਲਟੀ ਆ ਹੀ ਜਾਂਦੀ ਹੈ ਨਿੰਦਾ ਦੀ। ਹਟਦਾ ਹੀ ਨਹੀਂ, ਟਲਦਾ ਹੀ ਨਹੀਂ। ਚਾਰ ਇਕੱਠੇ ਹੋਏ ਹੋਣ ਤੇ ਉਹ ਆਪਦਾ ਹੀ ਨਿੰਦਾ ਦਾ ਜਿਹੜਾ ਪ੍ਰਸੰਗ ਖੋਲ ਕੇ ਬਹਿ ਜਾਂਦਾ ਹੈ, ਕਿਉਂਕਿ ਉਲਟੀਆਂ ਦੀ ਬਿਮਾਰੀ ਜੋ ਲੱਗੀ ਹੋਈ ਹੈ। ਮਹਾਰਾਜ ਕਹਿੰਦੇ ਪਰਾਏ ਦੀ ਨਿੰਦਾ ਕਰਨ ਰੂਪ ਹਰਦਾਸ ਜੀ ਇਹ ਉਲਟੀਆਂ ਲੱਗੀਆਂ ਹੋਈਆਂ ਹਨ ਜੀਵ ਨੂੰ। ਹਟਹਿ ਲਖਹਿ ਸਭ ਤੇ ਨਿਜ ਮੰਦਾ। ਤੇ ਮਹਾਰਾਜ ਇਹਦਾ ਰੋਗ ਕੀ ਹੈ? ਸਤਿਗੁਰੂ ਜੀ ਕਹਿੰਦੇ ਹਟ ਸਕਦੀ ਹੈ ਉਲਟੀ, ਤੇ ਜੇ ਆਪਣੇ ਆਪ ਨੂੰ ਸਭ ਤੋਂ ਮੰਦਾ ਜਾਣਨਾ ਕਰੇ, ਸਭ ਤੋਂ ਬੁਰਾ ਆਪਣੇ ਆਪ ਨੂੰ ਸਮਝ ਲਵੇ ਕਿ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਕਿ ਮੈਨੂੰ ਛੱਡ ਕੇ ਸਾਰੇ ਹੀ ਭਲੇ ਹੈ, ਮੈਂ ਹੀ ਸਭ ਤੋਂ ਬੁਰਾ ਹਾਂ, ਮਾੜਾ ਹਾਂ। ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਇਉਂ ਜਾਣ ਲਵੇ ਤਾਂ ਆਸ ਬਿਦ ਕੇ ਰੁਜ ਸੋ ਮਨ ਪੂਰਨ। ਮਹਾਰਾਜ ਕਹਿੰਦੇ ਇਹੋ ਜਿਹੜੇ ਰੁਜ ਰੋਗਾਂ ਦੇ ਨਾਲ ਮਨ ਜਿਹੜਾ ਨਾ ਪੂਰਨ ਹੋਇਆ ਪਿਆ, ਭਰਿਆ ਪਿਆ ਹੈ, ਇਹੋ ਜੀਆਂ ਉਲਟੀਆਂ, ਇਹੋ ਜੀ ਖੰਘ, ਸੱਚੇ ਪਾਤਸ਼ਾਹ ਕਹਿੰਦੇ ਇਹੋ ਜੀ ਬਦਹਜਮੀ, ਇਹ ਜੀਵ ਨੂੰ ਲੱਗੇ ਹੋਏ ਹਨ ਸਾਰੇ ਰੋਗ। ਤੇ ਸਾਰੀ ਹਉਮੈ ਮਹਾਰਾਜ ਕਹਿੰਦੇ ਜੜ ਵੈ ਸਾਰਿਆਂ ਰੋਗਾਂ ਦੀ। ਮਿਟਹਿ ਸੇਵ ਗੁਰ ਪਦ ਰਾਜ ਚੂਰਨ। ਮਹਾਰਾਜ ਕਹਿੰਦੇ ਜੇ ਸੇਵਾ ਕਰੇ ਨਾ ਗੁਰੂ ਜੀ ਦੇ ਚਰਨਾਂ ਦੀ, ਤੇ ਸਤਿਗੁਰਾਂ ਦੇ ਚਰਨਾਂ ਦੀ ਧੂੜ ਲੈ ਕਰਕੇ, ਮਹਾਰਾਜ ਕਹਿੰਦੇ ਇਹ ਚੂਰਨ ਵੈ ਸਤਿਗੁਰੂ ਜੀ ਦੇ ਚਰਨਾਂ ਦੀ ਧੂੜ। ਸੱਚੇ ਪਾਤਸ਼ਾਹ ਦੇ ਚਰਨਾਂ ਦੀ ਧੂੜ ਪ੍ਰਾਪਤ ਹੋ ਜਾਵੇ ਤੇ ਮਹਾਰਾਜ ਕਹਿੰਦੇ ਚੂਰਨ ਪ੍ਰਾਪਤ ਹੋ ਜਾਂਦਾ ਏ। ਕਮਲ ਬਦਨ ਤੇ ਬਚਨ ਸੁਨੇ ਜਬ। ਸੱਚੇ ਪਾਤਸ਼ਾਹ ਜੀ ਨੇ ਇਹ ਚੂਰਨ ਦੱਸਿਆ ਸਤਿਗੁਰਾਂ ਦੇ ਚਰਨਾਂ ਦੀ ਧੂੜ ਦਾ ਚੂਰਨ, ਜਿਹਨੂੰ ਫਿਰ ਪ੍ਰਾਪਤ ਹੋ ਜਾਂਦਾ ਹੈ ਨਾ। ਜਿਵੇਂ ਉਲਟੀਆਂ ਲੱਗੀਆਂ ਹੋਣ ਤੇ ਵੈਦ ਫਿਰ ਚੂਰਨ ਦਿੰਦੇ ਆ ਤੇ ਉਲਟੀਆਂ ਹਟ ਜਾਂਦੀਆਂ ਹਨ। ਮਹਾਰਾਜ ਕਹਿੰਦੇ ਸ੍ਰੀ ਗੁਰੂ ਜੀ ਦੇ ਚਰਨਾਂ ਦੀ ਧੂੜ ਜਿਹਦੇ ਮਸਤਕ ਤੇ ਲੱਗਦੀ ਹੈ ਨਾ, ਸਤਿਗੁਰੂ ਜੀ ਕਹਿੰਦੇ ਹਰਦਾਸ ਜੀ ਉਹਦੇ ਫਿਰ ਅੰਦਰ ਨਿੰਦਾ ਕਰਨ ਰੂਪੀ ਜਿਹੜੀ ਉਲਟੀ ਲੱਗੀ ਹੋਈ ਹੈ ਨਾ ਬਿਮਾਰੀ, ਉਹ ਜੀਵ ਦੇ ਅੰਦਰੋਂ ਹਟ ਜਾਂਦੀ ਹੈ। ਉਹਨੂੰ ਫਿਰ ਇਹ ਦਵਾਈ ਸ੍ਰੀ ਗੁਰੂ ਜੀ ਦੇ ਚਰਨਾਂ ਦੀ ਧੂੜ ਦੀ ਜਦੋਂ ਪ੍ਰਾਪਤ ਹੁੰਦੀ ਹੈ, ਉਹ ਜਾਣ ਲੈਂਦਾ ਕਿ ਮੈਂ ਤਾਂ ਸਭ ਤੋਂ ਹੀ ਬੁਰਾ ਹਾਂ। ਜਦੋਂ ਹੈ ਹੀ ਮਾੜਾ ਤੇ ਫਿਰ ਜੇ ਕੋਈ ਕਹੇ ਨਾ
ਕਿ ਭਾਈ ਤੇਰੇ ਬਾਰੇ ਉਹ ਮਾੜਾ ਬੋਲਦਾ ਸੀ। ਇਉਂ ਫਿਰ ਗੁਰਮੁਖ ਕਹਿੰਦੇ ਭਾਈ ਜੇ ਮੈਂ ਚੰਗਾ ਹੁੰਦਾ ਤੇ ਤਾਂ ਹੀ ਚੰਗਾ ਕੋਈ ਗੱਲ ਕਹਿੰਦਾ ਨਾ, ਮੈਂ ਤਾਂ ਹਾਂ ਹੀ ਮਾੜਾ ਹੀ ਕਹਿਣਾ ਸੀ ਨਾ। ਫਿਰ ਉਸਨੇ ਤਾਂ ਬੜਾ ਭਲਾ ਹੀ ਕੀਤਾ, ਚੰਗਾ ਮੇਰੇ ਬਾਰੇ ਸਹੀ ਗੱਲ ਹੀ ਦੱਸੀ ਹੈ। ਇਉਂ ਫਿਰ ਆਪਣੇ ਆਪ ਨੂੰ ਉਹ ਮਾੜਾ ਸਮਝ ਲੈਂਦੇ ਐ ਤੇ ਆਪਣੀ ਨਿੰਦਾ ਸੁਣ ਕੇ ਘਬਰਾਉਂਦੇ ਨਹੀਂ ਤੇ ਆਪਣੀ ਉਸਤਤ ਸੁਣਨ ਦੇ ਚਾਹਵਾਨ ਨਹੀਂ ਹੁੰਦੇ। ਸੱਚੇ ਪਾਤਸ਼ਾਹ ਜੀ ਕਹਿੰਦੇ ਪੂਰੇ ਗੁਰੂ ਜੀ ਦੇ ਚਰਨਾਂ ਦੀ ਧੂੜ ਜਿਹੜੀ ਆ ਚੂਰਨ ਉਹਨਾਂ ਨੂੰ ਮਿਲ ਜਾਂਦਾ ਏ। ਵੈਦ ਵਿਚਛਣ ਨਿਮਰ ਭਇਓ ਤਬ। ਪਿਛਲੀ ਪੰਕਤੀ ਦਾ ਅਰਥ ਨਹੀਂ ਹੋਇਆ। ਕਮਲ ਬਦਨ ਤੇ ਬਚਨ ਸੁਨੇ ਜਬ। ਜਦੋਂ ਸਤਿਗੁਰਾਂ ਜੀ ਦੇ ਕਮਲ ਸ਼੍ਰੀ ਦੇ ਮੁਖੜੇ ਤੋਂ ਇਹ ਬਚਨ ਸੁਣੇ ਆ ਹਰਦਾਸ ਵੈਦ ਜੀ ਨੇ। ਵੈਦ ਵਿਚਛਣ ਨਿਮਰ ਭਇਓ ਤਬ। ਇਹ ਸਿਆਣੇ ਵੈਦ ਹਰਦਾਸ ਜੀ ਤੇ ਸਮੇਂ ਨਿਮਰਤਾ ਵਿੱਚ ਆ ਗਏ ਜਦੋਂ ਸੱਚੇ ਪਾਤਸ਼ਾਹ ਜੀ ਦਾ ਇਹੋ ਜਿਹਾ ਉਪਦੇਸ਼ ਸੁਣਿਆ ਏ। ਨਿਜ ਮਨ ਕੋ ਮੁਨਸਬ ਹੋਏ ਤਬ ਹੀ। ਕਦੋਂ ਆਪਣੇ ਮਨ ਦੇ ਅੰਦਰ ਨਿਰਣਾ ਕਰਨ ਲੱਗ ਪਏ, ਆਪਣੇ ਮਨ ਦੇ ਅੰਦਰ ਮੁਨਸਬ ਹੋਏ, ਭਾਵ ਜਾਣਿਆ ਕਿ ਇਹ ਤਾਂ ਰੋਗ ਤਾਂ ਮੈਨੂੰ ਲੱਗੇ ਹੋਏ ਆ ਸਾਰੇ। ਇਸ ਤਰ੍ਹਾਂ ਨਿਰਣਾ ਕੀਤਾ ਆਪਣੇ ਮਨ ਦੇ ਅੰਦਰ। ਕਹੇ ਜੇ ਰੋਜ ਲੱਖ ਲੀਨੇ ਸਭ ਹੀ। ਕਹਿਣ ਲੱਗਿਆ ਮਹਾਰਾਜ ਤੁਸੀਂ ਤਾਂ ਸਾਰੇ ਹੀ ਰੋਗ ਮੇਰੇ ਲੱਖ ਲਏ ਐ, ਜਾਣ ਲਏ ਆ ਮਹਾਰਾਜ, ਮੈਨੂੰ ਤਾਂ ਇਹ ਸਾਰੇ ਹੀ ਰੋਗ ਚਿੰਬੜੇ ਹੋਏ ਆ। ਰੋਗੀ ਜਦੋਂ ਮਹਾਰਾਜ ਨੇ ਕਿਹਾ ਨਾ ਕਿ ਵੈਦ ਤਾਂ ਭਲਾ ਤਾਂ ਹੀ ਹੈ ਨਾ ਜੇ ਆਪ ਰੋਗ ਤੋਂ ਰਹਿਤ ਹੋਵੇ, ਤੇ ਜੇ ਆਪ ਹੀ ਰੋਗੀ ਹੈ ਤੇ ਫਿਰ ਵੈਦ ਕਾਹਦਾ। ਹਰਦਾਸ ਜੀ ਦੇ ਭਾਗ ਜਾਗੇ, ਸ੍ਰੀ ਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਆਖਿਆ ਮਹਾਰਾਜ ਤੁਸੀਂ ਤਾਂ ਮੇਰੇ ਸਾਰੇ ਹੀ ਰੋਗ ਵੇਖ ਲਏ ਐ। ਆਏ ਸੀ ਸਤਿਗੁਰਾਂ ਜੀ ਨੂੰ ਦਵਾਈ ਦੇਣ। ਮਹਾਰਾਜ ਦੀ ਨਬਜ ਪਕੜ ਕਰਕੇ ਵੈਦ ਬੁਲਾਇਆ, ਵੈਦਗੀ ਪਕੜ ਢੰਡੋਲੇ ਬਾਹ। ਮਹਾਰਾਜ ਕਹਿੰਦੇ ਭੋਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਹ। ਤੇ ਇਹ ਜਿਹੜਾ ਅੰਦਰ ਕਰਕ ਵੈ, ਅੰਦਰ ਜਿਹੜਾ ਰੋਗ ਵੈ, ਸਤਿਗੁਰੂ ਜੀ ਕਹਿੰਦੇ ਭੋਲਾ ਵੈਦ ਨਹੀਂ ਜਾਣਦਾ ਹੈ। ਸੱਚੇ ਪਾਤਸ਼ਾਹ ਜੀ ਨੇ ਜਦੋਂ ਸਾਰੇ ਰੋਗ ਤੇ ਉਹਨਾਂ ਦੀ ਦਵਾਈ ਦੱਸੀ ਹੈ, ਹਰਦਾਸ ਜੀ ਹੱਥ ਜੋੜ ਕੇ ਕਹਿੰਦੇ ਮਹਾਰਾਜ ਤੁਸੀਂ ਮੇਰੇ ਸਾਰੇ ਰੋਗ ਪਛਾਣ ਲਏ ਆ। ਕਰ ਬਿਬ ਬੰਦਤ ਬਿਨੈ ਬਖਾਨੀ। ਦੋਵੇਂ ਹੱਥ ਜੋੜ ਕਰਕੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਹਰਦਾਸ ਜੀ ਨੇ ਬੇਨਤੀ ਕੀਤੀ। ਹਉ ਹੇਰਿਓ ਹਵੈ ਕਰ ਅਨਜਾਨੀ। ਮਹਾਰਾਜ ਮੈਂ ਤਾਂ ਅਣਜਾਣ ਹੋ ਕਰਕੇ ਆਪ ਜੀ ਨੂੰ ਤੱਕਿਆ ਕਰਕੇ ਵੇਖਿਆ ਏ। ਜਸ ਇੱਛਾ ਕਰੀਏ ਤਸ ਲੀਲਾ। ਸੱਚੇ ਪਾਤਸ਼ਾਹ ਤੁਸੀਂ ਤਾਂ ਜਿਹੜਾ ਹੈ ਆਪ ਖੁਦ ਪਰਮੇਸ਼ਰ ਸਰੂਪ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਪਿਛਲੀ ਪੰਕਤੀ ਪੜੋ। ਹਉ ਹੇਰਿਓ ਹਵੈ ਕਰ ਅਨਜਾਨੀ। ਮਹਾਰਾਜ ਮੈਂ ਤਾਂ ਅਣਜਾਣ ਹੋ ਕਰਕੇ ਆਪ ਜੀ ਨੂੰ ਤੱਕਿਆ ਵੇਖਿਆ ਸੀਗਾ। ਜਸ ਇੱਛਾ ਕਰੀਏ ਤਸ ਲੀਲਾ। ਜਿਸ ਤਰ੍ਹਾਂ ਆਪ ਦੀ ਇੱਛਾ ਤਿਵੇਂ ਮਹਾਰਾਜ ਆਪ ਲੀਲਾ ਕੌਤਕ ਕਰਨਾ ਕਰੋ। ਮਹਾਪੁਰਖ ਤੁਮ ਗੁਣੀ ਗਹੀਲਾ। ਮਹਾਰਾਜ ਤੁਸੀਂ ਤਾਂ ਮਹਾਨ ਮਹਾਪੁਰਖ ਹੋ, ਗੁਣਾਂ ਦੇ ਵੱਡੇ ਖਜ਼ਾਨੇ ਹੋ। ਤੁਮਰੇ ਬਚਨਨ ਮੋਹਿ ਅਵਿਦਿਆ। ਮਹਾਰਾਜ ਤੁਹਾਡੇ ਬਚਨਾਂ ਨੇ, ਤੁਹਾਡੇ ਉਪਦੇਸ਼ ਨੇ ਮੇਰੇ ਅੰਦਰ ਜਿਹੜੀ ਅਵਿਦਿਆ ਸੀਗੀ। ਬਾਣ ਲਛ ਜਿਉ ਕੀਨੀ ਭਿੱਦਿਆ। ਜਿਵੇਂ ਬਾਣ ਤੀਰ ਜਿਹੜਾ ਲਕਸ਼ ਨੂੰ ਵਿੰਨ ਜਾਂਦਾ ਸੱਚੇ ਪਾਤਸ਼ਾਹ, ਇਵੇਂ ਆਪ ਦੇ ਸ਼ਬਦਾਂ ਰੂਪੀ ਤੀਰ ਜਿਹੜੇ ਐ ਮੇਰੇ ਹਿਰਦੇ ਰੂਪੀ ਲਕਸ਼ ਨੂੰ ਵਿੰਨ ਗਿਆ। ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਲੇਜੇ ਛੇਕ। ਬਰਾਗ ਦਾ ਛੇਕ ਪੈ ਗਿਆ ਹਰਦਾਸ ਵੈਦ ਜੀ ਦੇ ਹਿਰਦੇ ਦੇ ਅੰਦਰ, ਕਿਉਂਕਿ ਪੂਰੇ ਸੂਰਮੇ ਸਤਿਗੁਰਾਂ ਜੀ ਨੇ ਸ਼ਬਦ ਦਾ ਤੀਰ ਵਾਹਿਆ ਜਦੋਂ। ਇਉਂ ਕਬੀਰ ਜੀ ਨੇ ਵੀ ਇਹ ਵਾਕ ਕਹੇ ਹੈ ਨਾ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਇੱਕ। ਇੱਕੋ ਹੀ ਉਪਦੇਸ਼ ਰੂਪੀ ਬਾਣ ਜਦੋਂ ਵਾਹਿਆ ਤੇ ਲਾਗਤ ਹੀ ਭੋਏ ਗਿਰ ਪਰਿਆ, ਲੱਗਦਿਆਂ ਸਾਰੀ ਨਿਮਰਤਾ ਰੂਪੀ ਧਰਤੀ ਤੇ ਡਿੱਗ ਪਿਆ। ਇਉਂ ਪਰਾ ਕਲੇਜੇ ਛੇਕ, ਹਿਰਦੇ ਰੂਪੀ ਥਾਂ ਦੇ ਅੰਦਰ ਬਰਾਗ ਰੂਪੀ ਛੇਕ ਪੈ ਗਿਆ। ਹਰਦਾਸ ਜੀ ਦੇ ਨਿਮਰਤਾ ਰੂਪੀ ਧਰਤੀ ਤੇ ਡਿੱਗ ਪਏ ਜਦੋਂ ਸ੍ਰੀ ਗੁਰੂ ਜੀ ਨੇ ਸ਼ਬਦ ਰੂਪੀ ਬਾਣ ਬਾਹਿਆ ਏ। ਆਮੀ ਹੋਵਨ ਬਹੁਰ ਅਨਾਮੀ। ਸੱਚੇ ਪਾਤਸ਼ਾਹ ਜੀ ਆਪ ਜਿਹੜਾ ਬਾਹਰੋਂ ਦਿਖਾ ਰਹੇ ਹੋ ਰੋਗੀ ਹੋਣਾ, ਮਹਾਰਾਜ ਆਪ ਤਾਂ ਚਾਹੇ ਦਿਖਾਵੋ ਰੋਗੀ ਹੋਣਾ, ਚਾਹੇ ਆਪ ਰੋਗੀ ਹੋਵੇ, ਚਾਹੇ ਰੋਗ ਤੋਂ ਰਹਿਤ ਹੋਵੋ। ਲਖ ਲੀਏ ਗਤ ਸਭ ਹੋਏ ਤਬ ਸਾਮੀ। ਸੱਚੇ ਪਾਤਸ਼ਾਹ ਮਹਾਰਾਜ, हे ਸੁਆਮੀ ਮਾਲਕ ਸਤਿਗੁਰੂ ਜੀ, ਮੈਂ ਆਪ ਜੀ ਦੀ ਕਿਰਪਾ ਨਾਲ
ਆਪਦੀ ਗਤ ਜਿਹੜੀ ਹੈ ਮਰਿਆਦਾ ਚਾਲ ਉਸ ਨੂੰ ਲਖ ਲਿਆ, ਜਾਣ ਲਿਆ ਕਿ ਤੁਹਾਨੂੰ ਕੋਈ ਰੋਗ ਨਹੀਂ ਹੈ। ਲਖ ਲੀਏ ਗਤ ਸਭ ਹੋਏ ਤਬ ਸਾਮੀ। ਸੱਚੇ ਪਾਤਸ਼ਾਹ ਮਹਾਰਾਜ ਤੁਹਾਡੀ ਸ਼ਾਮੀ ਸਰਨ ਪੈ ਕਰਕੇ ਮੈਂ ਸਭ ਲਖ ਲਿਆ ਹੈ, ਜਾਣ ਲੈਣਾ ਕੀਤਾ ਏ। ਅਬ ਮੁਝ ਪਰ ਇਹ ਕਰੁਣਾ ਕਰੀਏ। ਹੁਣ ਮਹਾਰਾਜ ਮੇਰੇ ਤੇ ਇਹ ਕਿਰਪਾ ਕਰਨਾ ਕਰੋ। ਮਨ ਕੋ ਰੋਗ ਸਗਲ ਪਰ ਹਿਰੀਏ। ਮੇਰੇ ਜਿਹੜੇ ਮਨ ਦੇ ਅੰਦਰ ਜੋ ਆਪ ਜੀ ਨੇ ਰੋਗ ਦੱਸੇ ਆ ਨਾ, ਇਹ ਸੱਚੇ ਪਾਤਸ਼ਾਹ ਸਾਰੇ ਨਾਸ਼ ਕਰ ਦੇਵੋ। ਸ੍ਰੀ ਗੁਰ ਕਹਿਓ ਕਰੋ ਸਤ ਸੰਗਾ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਵੈਦ ਹਰਦਾਸ ਜੀ ਸਤ ਸੰਗਤ ਕਰਿਆ ਕਰੋ। ਦਿਨ ਥੋਰਨ ਮੈਂ ਹੋਵੇ ਭੰਗਾ। ਥੋੜੇ ਹੀ ਦਿਨਾਂ ਵਿੱਚ ਸਾਰੇ ਤੁਹਾਡੇ ਰੋਗ ਜਿਹੜੇ ਆ ਨਾਸ਼ ਹੋ ਜਾਣਗੇ। ਮਨ ਸੁਖ ਪਾਏ ਕਰੀ ਪਦ ਬੰਦਨ। ਮਨ ਦੇ ਅੰਦਰ ਸੁਖ ਪਾ ਕਰਕੇ ਹਰਦਾਸ ਵੈਦ ਜੀ ਨੇ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਬੰਦਨਾ ਕੀਤੀ, ਨਮਸਕਾਰ ਕੀਤੀ। ਮਹਿਮਾ ਜਾਨੀ ਕੁਮਤ ਨਿਕੰਦਨ। ਖੋਟੀ ਮਤ ਨੂੰ ਕੱਟਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਮਹਿਮਾ ਨੂੰ ਜਾਣਿਆ ਹੈ ਹਰਦਾਸ ਜੀ ਨੇ। ਗਇਓ ਸਦਨ ਸੇਵਿਓ ਸਤ ਸੰਗਾ। ਤੇ ਆਪਣੇ ਘਰ ਨੂੰ ਚਲੇ ਗਏ, ਸਦਾ ਸਤ ਸੰਗਤ ਕਰਨ ਲੱਗ ਗਏ। ਇਹ ਸੇਵਾ ਕਰਨ ਲੱਗ ਗਏ ਸਤਸੰਗੀਆਂ ਦੀ। ਮੋਖ ਉਚਿਤ ਭਾ ਔਰ ਭ੍ਰਮ ਭੰਗਾ। ਹਿਰਦੇ ਦਾ ਭਰਮ ਨਾਸ਼ ਹੋ ਗਿਆ, ਮੁਕਤੀ ਦੇ ਉਚਿਤ ਯੋਗ ਹੋ ਗਏ ਹਰਦਾਸ ਜੀ। ਦੋਹਰਾ ਅਸ ਬਿਦ ਵੈਦ ਉਧਾਰ ਕਰ। ਇਸ ਤਰ੍ਹਾਂ ਹਰਦਾਸ ਵੈਦ ਜੀ ਦਾ ਉਧਾਰ ਕਰਕੇ ਸ੍ਰੀ ਗੁਰ ਕਰੁਣਾ ਖਾਨ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੋ ਕਿਰਪਾ ਦੀ ਖਾਨ ਹਨ ਸੱਚੇ ਪਾਤਸ਼ਾਹ। ਸਦਾ ਬਦਨ ਤੇ ਨਾਮ ਜਪ। हे ਮੇਰੇ ਮਨਾ, ਤੂੰ ਵੀ ਆਪਣੇ ਮੁਖ ਤੋਂ ਸਦਾ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਨਾਮ ਜਪਣਾ ਕਰ। ਧਰੋ ਹਿਰਦੇ ਨਿਤ ਧਿਆਨ। ਤੇ ਹਿਰਦੇ ਵਿੱਚ ਵੀ ਸਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਕਰਨਾ ਕਰ। ਇੱਥੇ ਕਵਿਰਾਜ ਜੀ ਨੇ ਇਹ ਇਤਿਹਾਸ ਸੰਪੂਰਨ ਕੀਤਾ ਹੈ। 13ਵਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੈਦ ਹਰਦਾਸ ਜੀ ਨੂੰ ਗਰੀਬ ਨਵਾਜ ਨੇ ਉਪਦੇਸ਼ ਦੇ ਕਰਕੇ ਮਹਾਰਾਜ ਕਲਿਆਣ ਕੀਤੀ ਹੈ। ਸੱਚੇ ਪਾਤਸ਼ਾਹ ਜੀ ਦਾ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ, ਮੇਰੇ ਮਨਾ ਐਸੇ ਸਤਿਗੁਰੂ ਜੀ ਦਾ ਜਿਨ੍ਹਾਂ ਨੇ ਹਰਦਾਸ ਵੈਦ ਨੂੰ ਸ਼ੁਭ ਉਪਦੇਸ਼ ਬਖਸ਼ ਕੇ ਨਿਹਾਲ ਕੀਤਾ, ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਤੂੰ ਵੀ ਨਾਮ ਜਪ ਲੈ। ਐਸੇ ਸਤਿਗੁਰੂ ਜੀ ਦੀ ਪਿਆਰੀ ਮੂਰਤ ਦਾ ਹਿਰਦੇ ਵਿੱਚ ਤੂੰ ਵੀ ਧਿਆਨ ਕਰ ਲੈ, ਤੇਰਾ ਵੀ ਉਧਾਰ ਹੋ ਜਾਵੇਗਾ। ਕਿਉਂਕਿ ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ਼ ਨਾ ਭਰਿਆ ਰੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਅਸ ਬਿਦ ਵੈਦ ਉਧਾਰ ਕਰ। ਸ੍ਰੀ ਗੁਰ ਕਰੁਣਾ ਖਾਨ। ਸਦਾ ਬਦਨ ਤੇ ਨਾਮ ਜਪ। ਧਰੋ ਹਿਰਦੇ ਨਿਤ ਧਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। हे पूरन हे सर्ब में दुख भंजन गुणतास। हे संगी हे निरंकार, हे निर्गुण सब टेक। हे गोबिंद हे गुण निधान, जाकै सदा विवेक। हे अपरंपर हर हरे, हह पी होवन हार। हे संत कै सदा संग, निधारा आधार। हे ठाकुर हाँ दासुर, मैं निर्गुण गुण नहीं कोय। नानक दीजै नाम दान, राखो हियै परोए। आए प्रभ शरणागति, कृपा निध दयाल। एक अखर हर मन बस्त, नानक होत निहाल। वाहिगुरु नाम जहाज है, चढ़े सो उतरे पार। जो श्रद्धा कर सेवंदे, गुर पार उतारन हार। कथा निता प्रत होत है, सुनो सो सिंह सो जान। नानक गुरु गोबिंद संग जी,
ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।